वास्ते विचारन वास्ते ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਸੁਰਤ ਨੂੰ ਇਕਾਗਰ ਕਰੀਏ, ਰਸਨਾ ਨੂੰ ਕਰੀਏ ਪਵਿੱਤਰ, ਪ੍ਰੇਮ ਸਰਧਾ ਭਾਵਨਾ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਵਿੱਚੋਂ ਪ੍ਰਸੰਗ ਸ਼ਰਵਣ ਕਰ ਰਹੇ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਿੱਲੀ ਤੋਂ ਜਿਸ ਵੇਲੇ ਰਵਾਨਾ ਹੋਏ, ਉਸ ਵੇਲੇ ਭਾਈ ਮਰਦਾਨਾ ਜੀ ਦੇ ਮਨ ਵਿੱਚ ਇੱਕ ਖਿਆਲ ਪੈਦਾ ਹੋਇਆ। ਪਿਛਲੇ ਦਿਨਾਂ ਵਿੱਚ ਵੀ ਇੱਕ ਬੇਨਤੀ ਕੀਤੀ ਸੀ ਕਿ ਭਾਈ ਮਰਦਾਨਾ ਜੀ ਬਹੁਤ ਸਾਰੇ ਐਸੇ ਕਾਰਜ ਕਰਦੇ ਹਨ ਜਾਂ ਗੁਰੂ ਸਾਹਿਬ ਜੀ ਆਪ ਉਹਨਾਂ ਕੋਲੋਂ ਕੁਝ ਐਸਾ ਕਰਵਾ ਦਿੰਦੇ ਨੇ ਜਿਹਦੇ ਵਿੱਚੋਂ ਫਿਰ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ। ਉਹ ਉਪਦੇਸ਼ ਸਾਰੇ ਮਨੁੱਖਤਾ ਦੀ ਭਲਾਈ ਵਾਸਤੇ ਹੁੰਦਾ ਹੈ। ਇਸ ਤਰ੍ਹਾਂ ਸਮਝ ਲਈਏ, ਜਿਵੇਂ ਸ਼ਿਕਾਰੀ ਸ਼ਿਕਾਰ ਕਰਨ ਵਾਸਤੇ ਬੈਠਦਾ ਹੈ ਤੇ ਆਪਣੇ ਸਾਥੀਆਂ ਨੂੰ ਸ਼ਿਕਾਰ ਨੂੰ ਘੇਰਨ ਵਾਸਤੇ ਕਹਿੰਦਾ ਹੈ। ਭਾਈ ਮਰਦਾਨਾ ਜੀ ਸ਼ਿਕਾਰ ਨੂੰ ਘੇਰ ਕੇ ਗੁਰੂ ਸਾਹਿਬ ਜੀ ਕੋਲ ਲੈ ਆਉਂਦੇ ਨੇ ਤੇ ਗੁਰੂ ਸਾਹਿਬ ਜੀ ਫਿਰ ਉਸ ਮਨੁੱਖ ਦਾ ਕਿਸੇ ਤਰੀਕੇ ਦੇ ਨਾਲ ਭਲਾ ਕਰ ਦਿੰਦੇ ਹਨ। ਜਿਸ ਤਰ੍ਹਾਂ ਕੌਡੇ ਰਾਖਸ਼ ਨੇ ਪਹਿਲਾਂ ਭਾਈ ਮਰਦਾਨਾ ਜੀ ਨੂੰ ਹੀ ਫੜਿਆ ਸੀ ਤੇ ਗੁਰੂ ਸਾਹਿਬ ਜੀ ਨੇ ਜਾ ਕੇ ਕੌਡੇ ਰਾਖਸ਼ ਦਾ ਭਲਾ ਕੀਤਾ। ਕਿੰਨੇ ਹੀ ਸਾਰੇ ਐਸੇ ਲੋਕ ਸਨ ਜਿਨ੍ਹਾਂ ਨੇ ਪਹਿਲਾਂ ਭਾਈ ਮਰਦਾਨਾ ਜੀ ਦੇ ਨਾਲ ਉਹਨਾਂ ਦੀ ਸਾਂਝ ਪਈ ਤੇ ਫਿਰ ਗੁਰੂ ਸਾਹਿਬ ਦੇ ਨਾਲ ਸਾਂਝ ਪਈ ਤੇ ਉਹਨਾਂ ਦਾ ਭਲਾ ਹੋਇਆ। ਬਹੁਤ ਸਾਰੇ ਸਵਾਲ ਵੀ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਪੁੱਛਦੇ ਰਹਿੰਦੇ ਹਨ। ਉਹਦੇ ਵਿੱਚੋਂ ਵੀ ਸਾਡੀ ਜ਼ਿੰਦਗੀ ਨੂੰ ਬਹੁਤ ਸਾਰੀ ਸੇਧ ਮਿਲਦੀ ਹੈ। ਅੱਜ ਭਾਈ ਮਰਦਾਨਾ ਜੀ ਦੇ ਮਨ ਵਿੱਚ ਇੱਕ ਖਿਆਲ ਪੈਦਾ ਹੋਇਆ। ਇਹ ਖਿਆਲ ਕੀ ਸੀ ਕਿ ਕਿੰਨਾ ਚੰਗਾ ਹੋਵੇ ਜੇ ਲੋਕੀ ਮੇਰੀ ਵੀ ਪੂਜਾ ਕਰਨ, ਮੈਂ ਬੈਠਾ ਹੋਵਾਂ, ਲੋਕੀ ਮੇਰੇ ਅੱਗੇ ਨਮਸਕਾਰਾਂ ਕਰਨ, ਆਪਣੀਆਂ ਭੇਟਾਵਾਂ ਲਿਆ ਕੇ ਮੇਰੇ ਅੱਗੇ ਰੱਖਣ। ਬੜਾ ਵਧੀਆ ਮਹਿਸੂਸ ਹੋਵੇਗਾ, ਬਹੁਤ ਚੰਗਾ ਮਹਿਸੂਸ ਹੋਵੇਗਾ। ਮਨ ਵਿੱਚ ਇਹ ਖਿਆਲ ਪੈਦਾ ਹੋਇਆ, ਕਿਉਂਕਿ ਕੋਈ ਨਾ ਕੋਈ ਖਿਆਲ ਸਾਡੇ ਜੀਵਨ ਵਿੱਚ ਚੱਲਦਾ ਹੀ ਰਹਿੰਦਾ। ਹੁਣ ਗੁਰੂ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਦਿਲਾਂ ਦੀਆਂ ਜਾਣਨ ਵਾਲੇ ਹਨ। ਅਸੀਂ ਜੋ ਕੁਝ ਅਜੇ ਬੋਲਦੇ ਵੀ ਨਹੀਂ ਹਾਂ, ਬਿਨ ਬੋਲਿਆ ਸਭ ਕਿਸ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਉਹ ਮੇਰਾ ਮਾਲਕ, ਮੇਰਾ ਗੁਰੂ ਬਿਨਾਂ ਬੋਲੇ ਹੀ ਸਾਰਾ ਕੁਝ ਸਮਝ ਲੈਂਦਾ। ਉਹਨੂੰ ਸਾਰਾ ਕੁਝ ਪਤਾ ਹੈ ਸਾਡੇ ਅੰਦਰ ਚੱਲ ਕੀ ਰਿਹਾ ਹੈ। ਇਸੇ ਕਰਕੇ ਹੀ ਸਾਹਿਬ ਨੂੰ ਗੁਰਬਾਣੀ ਵਿੱਚ ਕਿਹਾ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਹਰੇਕ ਹਿਰਦੇ ਦੇ, ਹਰੇਕ ਦੇ ਅੰਦਰਲੀ ਗੱਲ ਨੂੰ ਵਾਹਿਗੁਰੂ ਜੀ ਜਾਣਦੇ ਨੇ। ਸਤਿਗੁਰੂ ਜੀ ਸਾਡੇ ਅੰਦਰ ਜੋ ਚੱਲ ਰਿਹਾ ਹੈ ਉਹ ਸਾਰਾ ਕੁਝ ਜਾਣਦੇ ਨੇ। ਇਸੇ ਕਰਕੇ ਗੁਰੂ ਨੇ ਬਾਣੀ ਵਿੱਚ ਸਾਨੂੰ ਇਸ ਗੱਲ ਦਾ ਵੀ ਉਪਦੇਸ਼ ਦਿੱਤਾ ਹੈ ਕਿ ਜਦੋਂ ਵੀ ਆਪਣੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੇ, ਆਪਣੇ ਮਾਲਕ ਦੇ ਚਰਨਾਂ ਵਿੱਚ ਆਵੇਂ ਤੇ ਕਦੇ ਝੂਠ ਨਾ ਬੋਲੀ। ਕਿਉਂਕਿ ਜਿਹੜਾ ਝੂਠ ਬੋਲਣਾ ਉਹ ਤੇਰੇ ਸ਼ਬਦ ਵੱਖਰੇ ਹੋਣੇ ਨੇ, ਪਰ ਮਾਲਕ ਉਹ ਜਾਣਦਾ ਜਿਹੜਾ ਤੂੰ ਬੋਲ ਨਹੀਂ ਰਿਹਾ ਪਰ ਤੇਰੇ ਅੰਦਰ ਹੈ। ਜੋ ਅਸੀਂ ਕਿਸੇ ਨੂੰ ਵੀ ਬੋਲ ਕੇ ਨਹੀਂ ਦੱਸਿਆ ਉਹ ਵੀ ਵਾਹਿਗੁਰੂ ਜੀ ਜਾਣਦੇ ਨੇ, ਮੇਰੇ ਮਾਲਕ ਜਾਣਦੇ ਨੇ। ਭਾਈ ਮਰਦਾਨਾ ਜੀ ਦੇ ਜਦੋਂ ਹਿਰਦੇ ਵਿੱਚ ਇਹ ਵਿਚਾਰ ਪੈਦਾ ਹੋਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ, ਹੱਸ ਪਏ। ਕਿਉਂਕਿ ਜਿਹੜਾ ਐਸਾ ਵਿਚਾਰ ਪੈਦਾ ਹੋਣਾ ਕਿ ਲੋਕਾਂ ਵਿੱਚ ਮੇਰੀ ਮਾਨਤਾ ਹੋਵੇ, ਕਿਤੇ ਲੋਕੀ ਮੈਨੂੰ ਨਮਸਕਾਰਾਂ ਕਰਨ, ਕੁਝ ਭੇਟਾਵਾਂ ਰੱਖਣ, ਬੜਾ ਚੰਗਾ ਲੱਗੇਗਾ। ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਫਿਰ ਬਚਨ ਕੀਤੇ ਨੇ, ਆਓ ਪ੍ਰੇਮ ਸਹਿਤ ਆਪਾਂ ਵਿਚਾਰਨਾ ਕਰੀਏ। ਹਰਿ ਦੇ ਵਿਚਾਰਤ ਜੋ ਤੁਮ ਆਵੋ, ਅਗਰਜ ਪੁਰ ਮਨ ਭਾਵਤ ਪਾਵ। ਹਾਜ਼ੂਰ ਨੇ ਬਚਨ ਕੀਤੇ ਨੇ, ਕਹਿਣ ਲੱਗੇ ਭਾਈ ਮਰਦਾਨਿਆ, ਭਾਈ ਜੋ ਤੂੰ ਸੋਚ ਰਿਹਾ ਹੈ, ਜੋ ਤੇਰੇ ਮਨ ਦੀ ਇੱਛਾ ਹੈ,
ਬਹੁਤ ਜਲਦੀ ਇਹਨੂੰ ਅਸੀਂ ਪੂਰੇ ਕਰ ਦੇਵਾਂਗੇ। ਕੋਈ ਗੱਲ ਨਹੀਂ, ਜੋ ਤੇਰੇ ਮਨ ਵਿੱਚ ਖਿਆਲ ਪੈਦਾ ਹੋਇਆ ਹੈ, ਬਹੁਤਾ ਸਮਾਂ ਨਹੀਂ ਲੱਗੇਗਾ, ਅਗਲੇ ਨਗਰ ਵਿੱਚ ਜਾ ਕੇ ਤੇਰੀ ਇੱਛਾ ਪੂਰੀ ਕਰ ਦਿੰਦੇ ਹਾਂ। ਜੋ ਤੂੰ ਚਾਹੁੰਦਾ ਹੈ ਤੇਰੀ ਇੱਛਾ ਪੂਰੀ ਹੋ ਜਾਏਗੀ। ਇਹ ਸਭ ਕੂਰ ਕਾਜ ਨੈ ਸਰਈ, ਮੁਕਤ ਪੰਥ ਤੇ ਵਰਜਨ ਕਰਹੀ। ਪਰ ਗੁਰੂ ਸਾਹਿਬ ਕਹਿਣ ਲੱਗੇ, ਭਾਈ ਮਰਦਾਨਿਆ, ਇਸ ਗੱਲ ਦਾ ਖਿਆਲ ਰੱਖੀ, ਜਿਹੜੀ ਵਿਚਾਰ ਤੇਰੇ ਮਨ ਵਿੱਚ ਪੈਦਾ ਹੋਈ ਹੈ, ਇਹਦੇ ਵਿੱਚੋਂ ਲਾਭ ਕੋਈ ਨਹੀਂ ਹੁੰਦਾ। ਇਹ ਝੂਠੇ ਸੰਸਾਰ ਦੇ ਕਾਰਜ ਹਨ, ਇਹ ਬਿਲਕੁਲ ਦਿਖਾਵੇ ਦੇ ਕਾਰਜ ਨੇ। ਇਹਨਾਂ ਨਾਲ ਬੰਦੇ ਦੀ ਜ਼ਿੰਦਗੀ ਦਾ ਇੱਕ ਵੀ ਕੰਮ ਨਹੀਂ ਸਵਰਦਾ। ਇਹ ਅਧਿਆਤਮਿਕ ਮਾਰਗ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ, ਆਪਣੀ ਪੂਜਾ ਕਰਾਉਣ ਦੇ ਚੱਕਰ ਵਿੱਚ ਪੈ ਜਾਣਾ। ਜਿਹੜਾ ਮਨੁੱਖ ਵੀ ਇਸ ਕਾਰਜ ਦੇ ਵਿੱਚ ਪਿਆ ਹੈ, ਆਪਣੀ ਪੂਜਾ ਵਾਲੇ ਚੱਕਰ ਵਿੱਚ ਪੈ ਗਿਆ, ਗੁਰੂ ਸਾਹਿਬ ਕਹਿੰਦੇ ਮੁਕਤੀ ਨਹੀਂ ਪ੍ਰਾਪਤ ਕਰਦਾ। ਚਹਿਤ ਰਹਿ ਜਗ ਮੈਂ ਵਡਿਆਈ, ਅਲਪ ਕਾਜ ਜਿਸ ਬੀਚ ਬਹਾਈ। ਗੁਰੂ ਸਾਹਿਬ ਕਹਿੰਦੇ ਜਿਹੜਾ ਵੀ ਮਨੁੱਖ ਭਾਈ ਤੇਰੇ ਵਾਂਗ ਸੋਚਦਾ ਹੈ ਕਿ ਲੋਕਾਂ ਵਿੱਚ ਮੇਰਾ ਜਸ ਹੋਵੇ, ਲੋਕਾਂ ਵਿੱਚ ਮੇਰੀ ਵਡਿਆਈ ਹੋਵੇ, ਲੋਕਾਂ ਵਿੱਚ ਮੇਰਾ ਮਾਣ ਹੋਵੇ, ਹਜ਼ੂਰ ਨੇ ਕਿਹਾ ਉਹ ਬੰਦਾ ਇਸ ਗੱਲ ਨੂੰ ਨਹੀਂ ਸਮਝਦਾ ਕਿ ਸੰਸਾਰ ਤੇ ਮੈਂ ਬਹੁਤੀ ਦੇਰ ਤਾਂ ਰਹਿਣਾ ਨਹੀਂ, ਇੱਥੇ ਕਿਸੇ ਦੀ ਜ਼ਿੰਦਗੀ ਬਹੁਤੀ ਲੰਮੇਰੀ ਨਹੀਂ ਹੈ। ਅਸੀਂ ਕਹਿੰਦੇ ਹਾਂ ਕਿ ਜੀ ਸਾਡੀ 60 ਸਾਲ ਦੀ ਉਮਰ ਹੈ, 70 ਸਾਲ ਦੀ ਬੰਦਾ ਕਹਿੰਦਾ ਹੈ, ਪਰ ਜੇ ਉਹਨੂੰ ਸੋਚ ਕੇ ਵੇਖੋਗੇ, ਸਾਡਾ ਬੀਤਿਆ ਹੋਇਆ ਕੱਲ ਇੰਜ ਲੱਗਿਆ ਜੇ ਕੱਲ ਦੀ ਗੱਲ ਹੈ। ਇੰਨੀ ਜਲਦੀ ਜ਼ਿੰਦਗੀ ਬਤੀਤ ਵੀ ਹੋ ਗਈ। ਸਾਡੀ ਜ਼ਿੰਦਗੀ ਦੇ 30 ਸਾਲ 40 ਸਾਲ 50 ਸਾਲ ਕਦੋਂ ਲੰਘ ਗਏ ਪਤਾ ਹੀ ਨਹੀਂ ਲੱਗਿਆ। ਬੰਦਾ ਕਹਿੰਦਾ ਅਜੇ ਕੁਝ ਕੀਤਾ ਹੀ ਨਹੀਂ ਜ਼ਿੰਦਗੀ ਵਿੱਚ, ਇੰਨਾ ਸਮਾਂ ਲੰਘ ਵੀ ਗਿਆ। ਇੰਨੀ ਲੰਮੇਰੀ ਜ਼ਿੰਦਗੀ ਨਹੀਂ, ਪਰ ਗੁਰੂ ਸਾਹਿਬ ਕਹਿੰਦੇ ਬੰਦਾ ਇਹ ਛੋਟੀ ਜੀ ਜ਼ਿੰਦਗੀ ਦੇ ਵਿੱਚ ਆਪਣੀ ਵਡਿਆਈ ਕਰਾਉਣੀ ਚਾਹੁੰਦਾ, ਆਪਣਾ ਮਾਣ ਕਰਾਉਣਾ ਚਾਹੁੰਦਾ ਹੈ, ਪਰ ਕਰਾਉਣਾ ਇੱਥੇ ਚਾਹੁੰਦਾ ਹੈ ਜਿੱਥੇ ਬਹੁਤੀ ਦੇਰ ਰੁਕਣਾ ਨਹੀਂ। ਜਹ ਜਾਵਣ ਲਹਿਨੋ ਸੁਖ ਭਾਰੀ, ਤਹਿ ਕੀ ਗਤ ਨ ਕਰੈ ਵਿਚਾਰੀ। ਜਿੱਥੇ ਇਸ ਜੀਵਨ ਤੋਂ ਬਾਅਦ ਬੰਦੇ ਨੇ ਜਾਣਾ ਹੈ, ਜਿੱਥੇ ਇਹਨੂੰ ਵਡਿਆਈ ਦੀ ਚਾਹਨਾ ਰੱਖਣੀ ਚਾਹੀਦੀ ਹੈ, ਜਿੱਥੇ ਜਾ ਕੇ ਇਹਨੂੰ ਮਾਣ ਰੱਖਣਾ ਚਾਹੀਦਾ ਹੈ ਕਿ ਮੈਨੂੰ ਉੱਥੇ ਵਡਿਆਈ ਮਿਲੇ, ਉੱਥੇ ਸਰੋਪਾਓ ਮਿਲੇ, ਉੱਥੇ ਸਤਿਕਾਰ ਮਿਲੇ, ਬੰਦਾ ਉਸ ਬਾਰੇ ਸੋਚਦਾ ਹੀ ਨਹੀਂ। ਅਸੀਂ ਇਹ ਗੱਲ ਤਾਂ ਸੋਚਦੇ ਹਾਂ ਕਿ ਸੰਸਾਰ ਵਿੱਚ 4 ਬੰਦੇ ਮੇਰੀ ਉਪਮਾ ਕਰਨ, ਵਡਿਆਈ ਹੋਵੇ, ਪਰ ਇਹ ਕਦੇ ਨਹੀਂ ਸੋਚਿਆ ਕਿ ਜਿਸ ਤਰ੍ਹਾਂ ਦੇ ਮੈਂ ਕਰਮ ਕੀਤੇ ਹਨ, ਇਹ ਤਾਂ ਮੇਰੇ ਮਾਰ ਖਾਣ ਵਾਲੇ ਹਨ। ਗੁਰੂ ਨੇ ਕਿਹਾ ਇਹਦੇ ਨਾਲ ਤਾਂ ਜਮਾਂ ਦੀਆਂ ਮਾਰਾਂ ਪੈਣੀਆਂ ਨੇ, ਜਿਸ ਤਰ੍ਹਾਂ ਦੇ ਕੰਮ ਬੰਦੇ ਨੇ ਕੀਤੇ ਨੇ। ਹਜ਼ੂਰ ਕਹਿੰਦੇ ਜਿੱਥੇ ਬੰਦੇ ਨੂੰ ਸਦੀਵੀ ਵਡਿਆਈ ਦੀ ਲੋੜ ਹੈ, ਜਿੱਥੇ ਸਦੀਵੀ ਸਨਮਾਨ ਦੀ ਲੋੜ ਹੈ, ਬੰਦੇ ਨੇ ਉਹਦੇ ਬਾਰੇ ਕਦੇ ਵਿਚਾਰ ਨਹੀਂ ਕੀਤੀ ਕਿ ਜਿਸ ਮਕਸਦ ਵਾਸਤੇ ਆਇਆ ਹਾਂ, ਜਿਹੜਾ ਸਾਡਾ ਮੇਨ ਮਕਸਦ ਹੈ ਸੰਸਾਰ ਤੇ ਆਉਣ ਦਾ, ਤੇ ਵਾਪਸ ਜਾ ਕੇ ਉੱਥੇ ਮੂੰਹ ਦਿਖਾਉਣਾ ਹੈ, ਉਹਦੇ ਬਾਰੇ ਕਦੇ ਵਿਚਾਰ ਹੀ ਨਹੀਂ ਕੀਤੀ ਕਿ ਰੱਬ ਦੀ ਦਰਗਾਹ ਵਿੱਚ ਜਾ ਕੇ ਕੀ ਜਵਾਬ ਦੇਣਾ ਹੈ ਕਿ ਅਸੀਂ ਸੰਸਾਰ ਵਿੱਚ ਕੀ ਖੱਟ ਕੇ ਆਏ ਹਾਂ ਤੇ ਕੀ ਕਮਾ ਕੇ ਆਏ। ਕਿਉਂਕਿ ਗੁਰੂ ਕੀ ਬਾਣੀ ਦੇ ਜਦੋਂ ਅਸੀਂ ਪਿਆਰੇ ਬਚਨ ਪੜ੍ਹਦੇ ਹਾਂ, ਸਾਹਿਬ ਕਹਿੰਦੇ ਕਿਤੇ ਇਹ ਨਾ ਸਮਝ ਲਈ ਕਿ ਤੇਰੇ ਕੋਲੋਂ ਕੁਝ ਪੁੱਛਿਆ ਨਹੀਂ ਜਾਣਾ। ਹਰੇਕ ਚੀਜ਼ ਦਾ ਹਿਸਾਬ ਹੈ ਉਹਦੇ ਦਰ ਤੇ। ਬਚਨ ਗੁਰੂ ਕੀ ਬਾਣੀ ਦੇ ਨੇ, ਅੱਗੇ ਸਾਹੋ ਸੁਜਾਨ ਹੈ, ਲੈਸੀ ਬਸਤ ਸੰਭਾਲ। ਹਜ਼ੂਰ ਨੇ ਕਿਹਾ ਜਿਹੜਾ ਅੱਗੇ ਸਾਹੂਕਾਰ ਬੈਠਾ ਹੈ, ਸਾਹੂਕਾਰ ਦਾ ਭਾਵ ਹੈ ਜਿਹੜਾ ਰੱਬ ਬੈਠਾ ਹੈ ਅੱਗੇ, ਬੜਾ ਸਿਆਣਾ ਹੈ, ਉਹ ਸਾਡੇ ਜੀਵਨ ਦਾ ਖੱਟਿਆ ਹੋਇਆ ਸਾਰਾ ਲੇਖਾ ਸੰਭਾਲ ਕੇ ਰੱਖਦਾ ਹੈ। ਤੇ ਅਗਲੇ ਬਚਨ ਨੇ ਕਹਿੰਦੇ ਖਰੇ ਖਜ਼ਾਨੇ ਪਾਈਐ, ਖੋਟੇ ਸਟੀਏ ਬਾਹਰ ਵਾਰ। ਉਹ ਮਾਲਕ ਕੀ ਕਰਦਾ, ਜਿਹੜੇ ਖਰੇ ਬੰਦੇ ਹਨ, ਜਿਨ੍ਹਾਂ ਨੇ ਜੀਵਨ ਵਿੱਚ ਸੱਚ ਕਮਾਇਆ ਹੈ, ਖਰਿਆਂ ਨੂੰ ਤਾਂ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਹੈ, ਭਾਵ ਕਿ ਆਪਣੀ ਦਰਗਾਹ ਵਿੱਚ ਮਾਣ ਦਿੰਦਾ ਹੈ। ਪਰ ਸਾਹਿਬ ਨੇ ਕਿਹਾ ਖੋਟੇ ਸੱਟੀਏ ਬਾਹਰ ਵਾਰ, ਖੋਟਿਆਂ ਨੂੰ ਭਗਾ ਕੇ ਮਾਰਦਾ ਹੈ। ਜਾਓ ਟੇਢੀਆਂ ਜੂਨਾਂ ਵਿੱਚ ਪਵੋ, ਜਾਓ ਦੁਨੀਆ ਦੇ ਦੁੱਖਾਂ ਵਿੱਚ ਫਿਰ ਜਾ ਕੇ ਸੜੋ।
खोटे सठिए बाहर बाहर, उन्होंने उत्थे कोई मान नहीं, कोई सत्कार नहीं। पर जिन्हों ने कुछ सच कमाया, जिहड़े खरे हो गए अपने जीवन में, उन्हां प्रथाए गुरु ने बाणी विच ये भी बचन कहे हन, रे रे दरगह कहे न को, आओ बैठ आदर शुभ देओ। हजूर ने कहा, जे ते जीवन विच सच कमा लिया, रब दे घर विच तैनूं ओए करके कोई नहीं बुलाएगा। अरे रे दरगह कहे ना को, तेनू ओए ओए कह के नहीं बुलाया जाएगा। आओ बैठ आदर शुभ देओ, तेनू आओ भगत की जाएगी, सन्मान मिलेगा वाहिगुरू की दरगाह विच, वो सच्ची वडियाई मिलेगी। पर साहब गुरु नानक साहब महाराज नूं, भाई मरदाना जी नूं कहंदे ने, बंदा इस संसार विच बहुती देर नहीं रहना, पर इत्थे अपनी वडियाई चाहुंदा है। जिहड़ा इहदा सदीवी घर है, उत्थे जाके वडियाई लैण बारे कदे मन विच विचार ही नहीं करता कि उत्थे साडा असी जीवन में सुरखरू किवें होना है, रब की दरगाह विच जाके मान किवें मिले, इहदे बारे कदे विचार नहीं कीते। ते साहब ने फिर वचन कहे, मानहीन रह जग में जोई, चाहे मान पर लोकै सोई। सतगुरु कहंदे, भाई मरदानिया, जिहड़े रब दे प्यारे हुंदे ने, जिन्हां नूं उस जीवन दा पता है, वो संसार विच निमरता विच रहिंदे हन, बहुता प्रगट नहीं हुंदे। वो संसार की फोकी वाह वाह नहीं चाहुंदे, संसार की फोकी मान वडियाई तो बच के रहिंदे हन, क्योंकि पता है कि जिथे सानू मान मिलना चाहिए, उहदे बारे असीं यतन करिए। संसार विचों बहुते ज़्यादा वाह वाह नहीं कराउंदे, फोकी वाह वाह दे पिछे नहीं दौड़दे। आपां पिछले दीवान विच भी बेनती कीती सी कि संसार विच बंदा अपनी वाह वाह कराउण वास्ते पैसा भी खर्च रिहा, इत्थे बंदा वडियाई नूं खरीदण वास्ते, मान इज्जत वडियाई खरीदण वास्ते दुनिया करोड़ां रुपए खर्चदी। आपां वेखो, जिहड़े संसार विच बड़े अमीर आदमी हन जां वड्डे वड्डे लीडर हन, वो लोकां विच अपनी मान वडियाई कराउण वास्ते बड़ा कुछ करदे ने, तरह तरह के स्टंट करते हैं, बड़ा पैसा खर्चते हैं, काहदे वास्ते? लोकी सानू चंगा आखण, लोकां में साडी वडियाई होवे। पर साहब ने कहा, रब दे प्यारे नूं इस गल दा कोई फिक्र नहीं कि संसार साडे बारे की कहंदा है, किस तरह की सोच रखता है, क्योंकि वो ये सोचते हैं रब साडे बारे की विचारेगा, वाहिगुरू की दरगाह विच सानू की मिलेगा। उत्थे सुख लैण वास्ते, परलोक दा मान लैण वास्ते, वो संसार विच निमरता विच रह के गुण कमाउंदे हन। सुन के सुख च कहियो मरदाने, हावे करना तुम तावे अस जाने। भाई मरदाना जी थोड़े सरमाज गए, क्यों? क्योंकि गुरु ने तो हिरदे की गल बुझ लई ते सच भी दस दिता सतगुरां ने कि इन्हां कम्मां विच है कुछ नहीं। 4 दिन की वाह वाह है, अज किसी की हो रही है तो कल किसी की होएगी। इत्थे वाह वाह जिहड़ी इज्जत मान वडियाई सदा सदीवी नहीं किसी की रही। कोई भी फील्ड लै लो, कोई भी खेतर लै लो, कल्ला धार्मिक खेतर नहीं, दुनिया का कोई भी खेतर होवे, इत्थे 4 महीने का समा बहुत है, वध तो वध कोई साल होएगा, साल क बंदे का नाम वाह वाह चलता है, तो उस तो बाद कोई नवा उहदी थां लै लैंदा है। नवा जिहड़ा है दुनिया नवा चाहुंदी है, कुछ ना कोई नवा वापरदा रहे, इस करके बहुते दिन किसी की मान वडियाई नहीं चलती। हुण अजकल का समा तो है ही वैसे ही बहुत तेज है, अजकल तो एक दिन विच बंदे का जीवन नाम पुराना हो जाता, लोगों वास्ते कोई नवा मुद्दा मिल जाता, नवा नाम मिल जाता है। तो गुरु साहब जी ने जदों ये सारी गल की, भाई मरदाना जी थोड़ा सरमाज ही गए, कहन लगे महाराज आ जिहड़ा ज्ञान तुसीं बख्शिश कीता है, ये समझ भी बंदे नूं तां ही आउंदी है जे तुहाडी किरपा होवे, नहीं तो बंदा पाप कर्मां दे विच पै के, भैड़े कर्मां विच पै के संसार की मान वडियाई इज्जत चाही जांदा है। करत बात तै पुण्य रिआया, प्रभ बैठे पिक इक तरसाया। गल्लां करदियां करदियां
ਇੰਨੇ ਚਿਰ ਨੂੰ ਨਗਰ ਨੇੜੇ ਆ ਗਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਛਾਂਦਾਰ ਰੁੱਖ ਦੇਖ ਕੇ ਉਹਦੀ ਛਾਂ ਹੇਠ ਬੈਠ ਗਏ ਹਨ। ਦਈ ਨਰੇਸ਼ ਜਾਹੋ ਮਰਦਾਨੇ, ਨਦਰ ਬਿਲੋਕੋ ਹਵੇ ਮਨ ਭਾਨੇ। ਸਤਿਗੁਰਾਂ ਨੇ ਨਿਰਦੇਸ਼ ਦਿੱਤਾ ਭਾਈ ਮਰਦਾਨਾ ਜੀਆਂ ਨੂੰ, ਭਾਈ ਮਰਦਾਨਾ ਜੀ ਜਾਓ ਨਗਰ ਵਿੱਚ ਜਾਓ, ਨਗਰ ਨੂੰ ਵੇਖ ਆਓ, ਘੁੰਮ ਫਿਰ ਕੇ ਵੇਖਣਾ ਕਰੋ। ਤੁਹਾਡੇ ਮਨ ਵਿੱਚ ਜੋ ਇੱਛਾ ਹੈ ਜਾਓ ਸੰਸਾਰ ਵਿੱਚ, ਨਗਰ ਵਿੱਚ ਜਾਓ ਤੇ ਤੁਹਾਨੂੰ ਬੜਾ ਸੁੱਖ ਮਿਲੇਗਾ, ਜਾਣਾ ਕਰੋ। ਹੁਣ ਜਾਏ ਨਾ ਬਹੁਰ ਪਠਿਓ ਬਰਿਆਈ, ਸ੍ਰੀ ਪ੍ਰਭ ਤੇ ਬਹੁਤੋ ਸੁਖ ਚਾਈ। ਭਾਈ ਮਰਦਾਨਾ ਜੀ ਹੁਣ ਜਾ ਨਹੀਂ ਰਹੇ, ਕਿਉਂਕਿ ਗੁਰੂ ਸਾਹਿਬ ਨੇ ਸਾਰੀ ਗੱਲ ਪਹਿਲੇ ਹੀ ਦੱਸ ਦਿੱਤੀ ਹੈ। ਸਤਿਗੁਰੂ ਜੀ ਨੇ ਜ਼ੋਰੋਂ ਜ਼ੋਰੀ ਭੇਜਣਾ ਕੀਤਾ, ਕਹਿਣ ਲੱਗੇ ਜਾ ਤਾਂ ਸਹੀ ਭਾਈ ਮਰਦਾਨਿਆ। ਭਾਈ ਮਰਦਾਨਾ ਜੀ ਸ਼ਰਮਾ ਰਹੇ ਹਨ, ਕਹਿਣ ਲੱਗੇ ਮਹਾਰਾਜ ਤੁਸੀਂ ਦੱਸ ਵੀ ਦਿੱਤਾ ਹੈ ਕਿ ਸੱਚਾਈ ਕੀ ਹੈ। ਸਤਿਗੁਰਾਂ ਨੇ ਕਿਹਾ ਨਹੀਂ ਕੋਈ ਗੱਲ ਨਹੀਂ, ਤੂੰ ਜਾਣਾ ਕਰ, ਨਗਰ ਵਿੱਚ ਜਾ। ਪੁਰ ਕੇ ਦਰ ਮੈਂ ਪਰਵੇਸਿਓ ਜਾਹੀ, ਮਾਨਵ ਦਰਸ ਕਰੇ ਤਿਹ ਤਬ ਹੀ। ਭਾਈ ਮਰਦਾਨਾ ਜੀ ਨੇ ਜਿਸ ਵੇਲੇ ਨਗਰ ਦੇ ਦਰਵਾਜ਼ੇ ਵਿੱਚ ਪ੍ਰਵੇਸ਼ ਕੀਤਾ, ਕਿਉਂਕਿ ਪੁਰਾਣੇ ਜਿੰਨੇ ਵੀ ਨਗਰ ਨੇ ਉਹਨਾਂ ਦੇ ਵੱਖੋ ਵੱਖਰੇ ਦਰਵਾਜ਼ੇ ਹੁੰਦੇ ਸਨ ਤੇ ਦਰਵਾਜ਼ਿਆਂ ਦੇ ਬਕਾਇਦਾ ਨਾਮ ਹੁੰਦੇ ਸਨ। ਜਿਸ ਪਾਸੇ ਵੱਲ ਕੋਈ ਦਰਵਾਜ਼ਾ ਖੁੱਲਦਾ ਸੀ ਨਗਰ ਦਾ, ਉਸ ਦੇ ਨਾਮ ਦੇ ਉਸ ਪਾਸੇ ਦੇ ਬਾਲੇ ਪਾਕੇ ਦਾ ਹੀ ਉਹਦਾ ਵੱਖਰਾ ਨਾਮ ਹੁੰਦਾ ਸੀ। ਕਿਸੇ ਦਾ ਨਾਮ ਸਰਹੰਦੀ ਗੇਟ, ਕਿਸੇ ਦਾ ਨਾਮ ਲਾਹੌਰੀ ਗੇਟ। ਇਸ ਤਰ੍ਹਾਂ ਹਰੇਕ ਨਗਰ ਦੇ ਵਿੱਚ ਵੱਖੋ ਵੱਖਰੇ ਦਰਵਾਜ਼ਿਆਂ ਦੇ ਨਾਮ ਹੁੰਦੇ ਸਨ। ਹੁਣ ਜਿਸ ਵੇਲੇ ਪ੍ਰਵੇਸ਼ ਦਰਵਾਜ਼ੇ ਤੇ ਭਾਈ ਮਰਦਾਨਾ ਜੀ ਪਹੁੰਚੇ, ਜਿਹੜਾ ਵੀ ਮਨੁੱਖ ਮਿਲ ਰਿਹਾ ਹੈ ਬਹੁਤ ਸਨਮਾਨ ਸਹਿਤ ਭਾਈ ਮਰਦਾਨਾ ਜੀ ਨੂੰ ਮਿਲਿਆ। ਆਪ ਪਾਇਨ ਧਰੇ ਅਗਾਰੀ, ਬੂਝਨ ਹੇਤ ਨ ਗਿਰਾ ਉਚਾਰੀ। ਭਾਈ ਮਰਦਾਨਾ ਜੀ ਹੈਰਾਨ ਨੇ, ਗੁਰੂ ਸਾਹਿਬ ਨੇ ਕੀ ਕੌਤਕ ਵਰਤਾ ਦਿੱਤਾ ਹੈ। ਜਿਹੜਾ ਵੀ ਆ ਰਿਹਾ ਹੈ ਭਾਈ ਮਰਦਾਨਾ ਜੀ ਨੂੰ ਨਮਸਕਾਰ ਕਰਦਾ ਹੈ, ਸਨਮਾਨ ਕਰਦਾ ਹੈ ਤੇ ਕਿਸੇ ਨੇ ਕੁਝ ਪੁੱਛਿਆ ਵੀ ਨਹੀਂ, ਤੂੰ ਕਿੱਥੋਂ ਚੱਲ ਕੇ ਆਇਆ ਹੈ, ਤੂੰ ਹੈ ਕੌਣ ਹੈ। ਸਾਰੇ ਹੀ ਭਾਈ ਮਰਦਾਨਾ ਜੀ ਨੂੰ ਨਮਸਕਾਰਾਂ ਕਰ ਰਹੇ ਨੇ, ਕੁਝ ਬੋਲ ਵੀ ਨਹੀਂ ਰਹੇ, ਬਸ ਸਤਿਕਾਰ ਕਰ ਰਹੇ ਹਨ। ਪਿਖਤ ਪਰਸ ਪਰ ਘਰ ਨਿਜ ਜਾਈ, ਨਾਨਾ ਬਿੰਜਨ ਆਨੇ ਪਾਹੀ। ਜਿਨ੍ਹਾਂ ਨੇ ਵੀ ਭਾਈ ਮਰਦਾਨਾ ਜੀ ਨੂੰ ਨਗਰ ਦੇ ਵਿੱਚ ਵੇਖਿਆ, ਉਹਨਾਂ ਨੇ ਸਾਧੂ ਜਾਣ ਕੇ, ਮਹਾਂਪੁਰਸ਼ ਜਾਣ ਕੇ ਆਪੋ ਆਪਣੇ ਘਰਾਂ ਵਿੱਚੋਂ ਕੁਝ ਭੇਟਾਵਾਂ ਲੈ ਕੇ ਆਉਂਦੀਆਂ। ਕੋਈ ਕੁਝ ਲੈ ਕੇ ਆ ਰਿਹਾ ਹੈ, ਕੋਈ ਕੁਝ ਲੈ ਕੇ ਆ ਰਿਹਾ ਹੈ। ਜਿਹਦੇ ਕੋਲ ਜੋ ਘਰ ਵਿੱਚ ਹੈ ਪ੍ਰੇਮ ਸਹਿਤ ਤੋਂ ਭੇਟਾ ਦੇ ਤੌਰ ਤੇ ਲੈ ਕੇ ਆ ਰਿਹਾ ਹੈ। ਅਰੁਚਰ ਸਾਥਲ ਬੈਠਿਓ ਮਰਦਾਨਾ, ਹੋਵਨ ਪੂਜਾ ਲੱਗੀ ਮਹਾਨਾ। ਹੁਣ ਜਦੋਂ ਲੋਕੀ ਤੁਰੇ ਜਾਂਦੇ ਭਾਈ ਮਰਦਾਨਾ ਜੀ ਨੂੰ ਬਾਰ-ਬਾਰ ਨਮਸਕਾਰਾਂ ਕਰ ਰਹੇ ਨੇ, ਕੁਝ ਭੇਟਾਵਾਂ ਦੇ ਰਹੇ ਨੇ ਤੇ ਭਾਈ ਮਰਦਾਨਾ ਜੀ ਨੇ ਸੋਚਿਆ ਬਾਰ-ਬਾਰ ਰੁਕਣ ਨਾਲੋਂ ਇੱਕ ਜਗ੍ਹਾ ਬੈਠ ਹੀ ਜਾਵਾਂ। ਇੱਕ ਸੁੰਦਰ ਜੀ ਜਗ੍ਹਾ ਵੇਖ ਕੇ ਭਾਈ ਮਰਦਾਨਾ ਜੀ ਬੈਠ ਗਏ ਤੇ ਲੋਕਾਂ ਨੇ ਉੱਥੇ ਫਿਰ ਭਾਈ ਮਰਦਾਨਾ ਜੀ ਦੇ ਅੱਗੇ ਭੀੜ ਲਾ ਲਈ। ਵੱਡੀ ਪੂਜਾ ਭਾਈ ਮਰਦਾਨਾ ਜੀ ਦੀ ਹੋਣ ਲੱਗ ਪਈ ਹੈ। ਬਹੁ ਰੰਗਨ ਕੇ ਬਸਤਰ ਅਮੋਲੇ, ਆਨ ਸਮਰਪੇ ਕਛੂ ਨਾ ਬੋਲੇ। ਲੋਕਾਂ ਦੇ ਮਨਾਂ ਵਿੱਚ ਪਤਾ ਨਹੀਂ ਕੀ ਖਿੱਚ ਪੈਦਾ ਹੋਈ। ਸਾਧੂ ਰੂਪ ਜਾਣਦਿਆਂ, ਮਹਾਂਪੁਰਸ਼ ਜਾਣਦਿਆਂ ਕਈ ਰੰਗਾਂ ਦੇ ਬੜੇ ਅਮੋਲਕ ਵਸਤਰ ਕਿਸੇ ਨੇ ਲਿਆ ਕੇ ਭੇਟਾ ਕਰ ਦਿੱਤੇ। ਕਿਸੇ ਨੇ ਕੋਈ ਅਨਾਜ ਭੇਟਾ ਕਰ ਦਿੱਤਾ, ਕਿਸੇ ਨੇ ਧਨ ਚੜਾ ਦਿੱਤਾ। ਕੇਤਕ ਦਰਬ ਚੜਾਵੇ ਆਨੀ, ਹੋਏ ਰਹੇ ਸੇਵਕ ਮਨ ਬਾਨੀ। ਕਿਸੇ ਨੇ ਕੁਝ, ਕਿਸੇ ਨੇ ਕੁਝ, ਕਿਸੇ ਧਨ, ਕਿਸੇ ਵਸਤਰ, ਕਿਸੇ ਅਨਾਜ। ਬੇਅੰਤ ਭੇਟਾਵਾਂ ਦਾ ਢੇਰ ਭਾਈ ਮਰਦਾਨਾ ਜੀ ਦੇ ਅੱਗੇ ਕੁਝ ਪਲਾਂ ਵਿੱਚ ਹੀ ਲੱਗ ਗਿਆ। ਹਿੰਦੂ ਤੁਰਕ ਜੇ ਦੇਖੇ ਆਏ, ਮਹਾਂਪੁਰਖ ਲਖ ਪਰ ਹੈ ਪਾਈ। ਕੀ ਹਿੰਦੂ ਕੀ ਮੁਸਲਮਾਨ, ਸਾਰਿਆਂ ਨੇ ਸਾਧੂ ਰੂਪ ਜਾਣਦੇ ਆ, ਕੋਈ ਰੱਬ ਦਾ ਪਿਆਰਾ ਜਾਣਦੇ ਆ। ਮਹਾਂਪੁਰਸ਼ ਸਮਝ ਕੇ ਸਾਰਿਆਂ ਨੇ ਆ ਕੇ ਭਾਈ ਮਰਦਾਨਾ ਜੀ ਨੂੰ ਨਮਸਕਾਰਾਂ ਕੀਤੀਆਂ।
सुने अपर ते अपर जे मानव, दौरे दौरो पाए नियानव। एक दूसरे कोलों लोकी सुनते हैं, कोई रब दा प्यारा आया, कुछ बोल भी नहीं रहा, पर सचमुच कोई दरवेश पुरुष जापदा है, कोई साधु पूरा जापदा है। ये सुन के सारे ही दर्शन करने वास्ते आ रहे ने, वक्खो वक्रियां भेटावां लेके आ रहे ने। कहें कि संत बड़ो है कोई, इस दर्शन ते हम गत होई। विचों ही लोकां विचों किसी ने कह दिता, ये पूरा साधु है, ਇਹਦੇ दर्शन कीतियां भी बंदे नूं मुक्ति मिल जाती। बस इसे तरह ही एक कोलों सुनिया, दूसरे ने कह दिता, दूसरे ने सुनिया, तीसरे कह दिता। सारे ही गुरु साहब जी दे पता नहीं की खेड़ वरताई, भाई मरदाना जी दे दर्शनां वास्ते बहुत वड्डी भीड़ लग गई। जो इस पास चढ़ाए पदार्थ, सो हम जाने होए सकारथ। हुण किसी ने तो यह कहा बहुत बड़ा साधु है, ਇਹਦੇ दर्शन कीतिया मुक्ति हुंदी है। ते किसी ने विचों ये भी बचन कह दिते, जिहड़ा ਇਹਦੇ अगे भेटावां रखदा है, ਉਹਦੀ समझ लो माया सफली है, ਉਹਦੀਆਂ भेटावां सफलियां हो जांदियां ने। लोकां विच होर तेजी वरत गई, होर तेजी नाल लोकी आ रहे ने, भेटावां लिया रहे ने। लग्यो अंबर केरे अंबारू, मरदाने पा हरखे अपारू। भाई मरदाना जी हैरान ने, कुछ बोलण की लोड़ भी नहीं पै रही, कुछ कहण की लोड़ भी नहीं पै रही, लोकी भेटावां दा ढेर लाई जा रहे ने। जदों बहुत वड्डा ढेर लग गया भाई मरदाना जी दे अगे, भाई मरदाना जी बड़े प्रसन्न होए, क्योंकि जिहड़ा कोई भी भेटा है, कोई भी पदार्थ है, कोई भी उपहार है, कोई गिफ्ट है, ये बंदे नूं बड़ा सुकून दिंदे ने, बंदे नूं थोड़ चिरी बड़ी खुशी दिंदे ने। हुंदी थोड़ चिरी है, पर खुशी बहुत मिलती है जदों कोई लिया के किसी नूं कुछ दिंदा। भाई मरदाना जी दे अगे तां बेअंत वस्तुआं हो गईयां, बड़ी प्रसन्नता हुई। उस वेले बीत गए जब ही जुग जामा, उठ्यो तवे पापूरन कामा। हुण जदों कुछ भीड़ घट गई, 2 पहर बतीत हो गए, 3 घंटे का पहर है, 6 घंटे लग गए भाई मरदाना जी नूं बैठिया बैठिया। उस वेले भाई मरदाना जी फिर जिस जगह ते बैठे सन उठ खड़े हुए, ते उस वेले तक वस्तुआं बहुत हो गई सन, भेटावां दा ढेर लग चुका सी। हुण जिस वेले उठे हन, मानव के उचवायो सीसा, आयो जय बैठे जगदीसा। हुण जिहड़े लोग सन, लोकां विचों ही कोई सेवादार बन के अगे आ गए, महाराज दसो की हुक्म है, ये कित्थे पहुंचाउणियां ने वस्तुआं, आ भेटावां कित्थे लैके जाणियां ने। भाई मरदाना जी ने इशारा किया, गठड़ी बन लो। गठड़ी बन लई, मनुखां ने सिर उत्ते चुक लईआं पंडां। पंडा चुक के कहने लगे, दसो महाराज किस पासे लैके जाणियां ने, कित्थे पहुंचाइए वस्तुआं। कहन लग्यो कर हरख कनेरो, दास आयो सगरो पुन मेरो। भाई मरदाना जी ने पंडां सिरां ते चुकवा लईआं लोकां दे, ते 2 मनुख लैके पंडां भाई मरदाना जी दे पिछे पिछे चल पए, जिथे गुरु नानक साहब महाराज बैठे सन। भाई मरदाना जी उत्थे आ पहुंचे, ते पंडां जिहड़ियां ने वो गठड़ियां बन्नियां ने वस्तुआं दियां, लिया के गुरु नानक साहब के चरनां 'च रख दित्तियां। चरनां 'च रख के कहण लगे, बड़े खुश सन भाई मरदाना जी, भेटावां नूं वेख के, अपनी होई हुई पूजा नूं वेख के बड़ा आनंद मिल रहा है। ते हुण ये सारा कुछ वेख के सतगुरां नूं कहण लगे, महाराज आ सारा ही जिन्ना नगर है, सारा ही मेरा सेवक हो गया, सारे मेरी पूजा करते हैं, सारे मेरे सेवक हो गए ने। सब ही पूजा कीन महाना, बंदे पद भेटे तारे आना। महाराज सारे नगर ने मैनू नमस्कार की है, मेरी बड़ी पूजा हुई सारे नगर विच। ते आ वेखो महाराज किन्नियां सारियां भेटावां भी मेरे चरनां विच सारे लोकां रख दित्तियां। अज जिन्नियां मैं वस्तुआं लैके आया, महाराज ये सारियां लोकां ने मेरे चरनां विच रखियां ने।
किनु ना बूझन कीनो मोही, करे परस्पर संत जो होही। महाराज होर एक अचरज गल है, हुण खुशी विच दस रहे ने, बड़े खुश हन, क्योंकि जदों पदार्थ बंदे कोल आ जाए ते आउंदा रहे ते बंदे नूं पदार्थ खुश रखदा है, अंदर बड़ी सकून जिहा पैदा हुंदा है कि बड़ा कुछ इकट्ठा हो गया। भाई मरदाना जी भी बड़े खुश हो के दस रहे ने, कहते महाराज देखो किड्डा अचरज कौतुक होया, किसी ने मैनू मेरा नाम तक नहीं पूछया, तू है कौन ते कित्थों आया। महाराज मैनू ये कहण दी भी लोड़ नहीं पई, मैं रब दा प्यारा, मैं साधु हाँ। लोकी कहण लग पे कोई महान संत आया है। लोगों ने गल अपने तौर पर कहनी शुरू कर दी, कोई रब दा प्यारा है, कोई बड़ा संत आया है। महाराज बस उस वेले भीड़ां लग गई, अस कह भेट होते जो सारी, सो तर दीनी गुरु अगारी। महाराज आ वेखो जिहड़ी भेटा तुहाडे चरनां च रखी है, आ इन्ना कुछ इकट्ठा हो गया कुछ समय दे विच ही। बिगसत मुख ते बचन बखाने, को वथ आनी मरदाने। साहब गुरु नानक साहब महाराज जी मुस्कुरा पै, खुश हो गए। खुश होकर साहब ने बचन किया, भाई मरदानिया भेटावां तां भाई तू बहुत लै आया है, बड़ियां वस्तुआं तैनूं लोकां दित्तियां ने, लिया दिखा भाई की वस्तु लैके आया, की तू वस्तुआं इन्हां गठड़ियां विच बन के लैके आया है। हिरदे तेरो हरख बसेखा, बदन प्रफुल्लत अत सह देखा। गुरु साहब कहने लगे भाई मरदानिया तेरे चेहरे की खुशी बड़ी है, तेरा चेहरा हसू हसू कर रहा है, खिड़िया होया है, तेनू जापदा बहुत सुख मिलिया है। कर जोरे कै सुन प्रभु मोरे, गमन्यो नगर अनुग्रह तेरे। भाई मरदाना जी कहने लगे महाराज मैं थोड़ा जा रहा सी नगर में, तुसी मैनू जबरदस्ती भेजिया, मैनू वार वार कहा, जोर दे के कहा जा नगर विच जाना कर। महाराज मैं अपनी मर्जी नाल तां नहीं ना गया सी, तुसी भेजिया ते तां मैं गया। आ पिटावा हुण लोकां दे दित्तियां ते मैं चुकवा के तुहाडे कोल लै आया हां। ज्यों रावण ने बचन बखाना, त्यों पूर्ण पा हरक मखाना। महाराज ये गल सच है, जिहड़ा फुरना मेरे अंदर पैदा होया सी सचमुच तुसी पूर्ण कर दिता है। महाराज इस काम विच खुशी बड़ी मिली, पूजा कराने वाले काम विच अज जिवें जिवें भेटावां आउंदियां गईयां मन बड़ा खुश होया। सुंदर व अंबर में लियायो, धन आन्यो नर जितो चढ़ायो। महाराज वेखो आ वस्त्र कितना सोहना है, आ वस्त्रां वाल वेखो किन्ने सुंदर हैं। आ वेखो महाराज आ धन कितना इकट्ठा हो गया है, ये भी सारा धन भी लोगों ने मैनू देना कीता है। देख हेत दिखावन गठड़ी खोली, देख के प्रभु वस्त मोली। हुण इन्ना खुशी दे विच बड़े आनंद विच भाई मरदाना जी वो गठड़ियां खोल के सतगुरां नूं दिखा रहे ने, कहंदे महाराज आ वेखो वस्तु कितनी प्यारी है, आ वस्तु वेखो कितनी सोहनी जापदी है। बड़ियां जिहड़ियां कीमती जिहियां भेटावां ने गुरु साहब नूं दिखा रहे हैं। दसा देख मरदाने केरी, लोभ लहर में चाहे कनेरी। भाई मरदाना जी दे हिरदे दे हालात सतगुरां ने वेखे, क्योंकि पदार्थ विच ये गुणता है कि पदार्थ की खिच बहुत है। पदार्थ बंदे नूं जीवन विच बहुता निराश नहीं होने दिंदा, पदार्थां की खिच करके बंदा दौड़िया फिरदा है। आ पदार्थ इकट्ठा हो जाए, एक आ जाता फिर कहना चलो दूसरा भी आ जाए, एक खिच लगी रहती है बंदे नूं। इहदे करके संसार जिहड़ा है बंदे नूं बहुत ही इहदे विच जी लगदा है, संसार विच कोई इत्थों जाना नहीं चाहुंदा, क्योंकि पदार्थ बड़े रंगां दे हैं। सतगुरां ने वेख्या भाई मरदाना जी के जीवन विच पदार्थ करके जिहड़ी आ लहर चल रही है अंदर विचारां दी, बड़े खुश जाप रहे हैं। ऊच हास बिगसे जग साई, केत कबीर पुन गिरा अलाई।
ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਵੱਲ ਵੇਖ ਕੇ ਉੱਚੀ ਉੱਚੀ ਹੱਸ ਪਏ ਜਦੋਂ ਦਿਖਾ ਰਹੇ ਨੇ, ਮਹਾਰਾਜ ਆ ਵੇਖੋ ਆ ਵਸਤਰ ਕਿੰਨਾ ਸੁੰਦਰ ਹੈ, ਆ ਵੇਖੋ ਮਹਾਰਾਜਾ ਕਿਸੇ ਨੇ ਕਿੰਨੀ ਸੁੰਦਰ ਭੇਟਾ ਦਿੱਤੀ ਹੈ, ਆ ਧਨ ਲਿਆ ਕੇ ਕਿਸੇ ਨੇ ਦਿੱਤਾ ਹੈ, ਆ ਅਨਾਜ ਦਿੱਤਾ ਹੈ। ਭਾਈ ਮਰਦਾਨਾ ਜੀ ਤਾਂ ਵੱਖਰੇ ਹੀ ਆਨੰਦ ਵਿੱਚ ਉਹ ਵਸਤੂਆਂ ਦਿਖਾ ਰਹੇ ਨੇ ਤੇ ਭਾਈ ਮਰਦਾਨਾ ਜੀ ਵੱਲ ਵੇਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਚੀ ਉੱਚੀ ਹੱਸਣ ਲੱਗ ਪਏ। ਕਾਫੀ ਸਮਾਂ ਹੱਸਦੇ ਰਹੇ ਗੁਰੂ ਸਾਹਿਬ ਮਹਾਰਾਜ, ਬੜੇ ਖੁਸ਼ ਹੋ ਕੇ ਸਤਿਗੁਰਾਂ ਨੇ ਫਿਰ ਕੁਝ ਸਮੇਂ ਦੇ ਬਾਅਦ ਸਤਿਗੁਰਾਂ ਨੇ ਬਚਨ ਕੀਤੇ, ਭਲਾ ਕੀਓ ਆਨਿਓ ਮਰਦਾਨੇ, ਆਵਤ ਕਿਤੇ ਨ ਕਾਜ ਏ ਆਨੇ। ਕਾਫੀ ਸਮਾਂ ਹੱਸਦੇ ਰਹੇ ਗੁਰੂ ਸਾਹਿਬ ਮਹਾਰਾਜ ਤੇ ਫਿਰ ਕਹਿਣ ਲੱਗੇ, ਭਾਈ ਮਰਦਾਨਿਆ ਭਾਈ ਤੇ ਬਹੁਤ ਚੰਗਾ ਕੀਤਾ, ਤੂੰ ਇਹ ਵਸਤੂਆਂ ਲੈ ਆਇਆ, ਬੜਾ ਚੰਗਾ ਕੀਤਾ, ਬਹੁਤ ਸੁੰਦਰ ਨੇ ਜਿੰਨੀਆਂ ਵਸਤੂਆਂ ਤੂੰ ਲੈ ਕੇ ਆਇਆ, ਬਹੁਤ ਭਲੀਆਂ ਨੇ। ਪਰ ਭਾਈ ਮਰਦਾਨਿਆ ਆਵਤ ਕਿਤੇ ਨਾ ਕਾਜ ਏ ਆਨੇ, ਇਹ ਵਸਤੂਆਂ ਆਪਣੇ ਕਿਸੇ ਕੰਮ ਦੀਆਂ ਨਹੀਂ। ਠੀਕ ਹੈ ਤੂੰ ਲੈ ਆਇਆ ਹੈ, ਵਸਤਰ ਵੀ ਬੜੇ ਸੁੰਦਰ ਨੇ, ਮਾਇਆ ਵੀ ਤੂੰ ਲੈ ਕੇ ਆਇਆ, ਹੋਰ ਵੀ ਕਿੰਨਾ ਕੁਝ ਤੂੰ ਲੈ ਆਇਆ, ਪਰ ਭਾਈ ਮਰਦਾਨਿਆ ਇਹ ਵਸਤੂਆਂ ਆਪਣੇ ਕਿਸੇ ਵੀ ਕੰਮ ਨਹੀਂ ਆਉਣ ਵਾਲੀਆਂ। ਮਾਨ ਵਚਨ ਆਵੇਸ ਵਿਦ ਦੀਜੈ, ਬਸਤ ਲੁਟਾਏ ਸੰਪੂਰਨ ਕੀਜੈ। ਭਾਈ ਮਰਦਾਨਿਆ ਆਪਾਂ ਸੰਸਾਰ ਨੂੰ ਵੇਖਣ ਵਾਸਤੇ ਤੁਰੇ ਹਾਂ, ਯਾਤਰਾ ਵਾਸਤੇ ਤੁਰੇ ਹਾਂ, ਪਦਾਰਥ ਇਕੱਠੇ ਕਰਨ ਵਾਸਤੇ ਨਹੀਂ ਤੁਰੇ, ਭੇਟਾਵਾਂ ਇਕੱਠੀਆਂ ਕਰਨ ਵਾਸਤੇ ਨਹੀਂ ਤੁਰੇ। ਜੇ ਭੇਟਾਵਾਂ ਚੁੱਕ ਕੇ ਤੁਰਨ ਲੱਗ ਪਏ ਤੁਰਿਆ ਵੀ ਨਹੀਂ ਜਾਣਾ, ਕਿਉਂਕਿ ਸਿਆਣੇ ਕਹਿੰਦੇ ਨੇ ਜੇ ਸਫ਼ਰ ਤੇ ਤੁਰਨਾ ਹੋਵੇ, ਸਫ਼ਰ ਦਾ ਆਨੰਦ ਲੈਣਾ ਹੋਵੇ ਤੇ ਬੰਦੇ ਨੂੰ ਭਾਰ ਘੱਟ ਚੁੱਕਣਾ ਚਾਹੀਦਾ ਹੈ। ਜੇ ਬੰਦੇ ਕੋਲੇ ਭਾਰ ਜ਼ਿਆਦਾ ਹੋਵੇ, ਵਜਨ ਜ਼ਿਆਦਾ ਹੋਵੇ, ਵਸਤੂਆਂ ਜ਼ਿਆਦਾ ਹੋਵਣ, ਬੰਦਾ ਸਫ਼ਰ ਦਾ ਆਨੰਦ ਨਹੀਂ ਮਾਣ ਸਕਦਾ। ਕਿਉਂ? ਕਿਉਂਕਿ ਉਹ ਵਸਤੂਆਂ ਦੇ ਸੰਭਾਲਣ ਵਿੱਚ ਉਹਦਾ ਧਿਆਨ ਵਸਤੂਆਂ ਵੱਲ ਰਹੇਗਾ, ਕਿਹੜੀ ਵਸਤੂ ਕਿੱਥੇ ਰੱਖੀ ਹੈ, ਕੋਈ ਚੁੱਕ ਨਾ ਲਵੇ, ਕਿਤੇ ਗਵਾਚ ਨਾ ਜਾਵੇ। ਸਫ਼ਰ ਕਰਨ ਵਾਲੇ ਕੋਲੇ ਜਿੰਨਾ ਸਮਾਨ ਘੱਟ ਹੋਏਗਾ ਉਨਾ ਹੀ ਉਹ ਸਫ਼ਰ ਦਾ ਆਨੰਦ ਮਾਣੇਗਾ। ਇਹ ਆਮ ਸਾਡੀ ਆਮ ਜ਼ਿੰਦਗੀ ਦੇ ਵਿੱਚ ਵੀ ਗੱਲ ਕੰਮ ਆਉਣ ਵਾਲੀ ਹੈ। ਜੇ ਅਸੀਂ ਵੈਸੇ ਵੀ ਕਿਤੇ ਸਫ਼ਰ ਵਿੱਚ ਬੱਸ ਵਿੱਚ ਵੀ ਸਾਡੇ ਕੋਲੇ ਇੱਕ ਤੋਂ ਜ਼ਿਆਦਾ ਬੈਗ ਹੋਣ ਤੇ ਇੱਕ ਸਾਨੂੰ ਕਿਤੇ ਰੱਖਣਾ ਪੈ ਜਾਏ ਸਾਈਡ ਤੇ, ਬੰਦੇ ਦਾ ਧਿਆਨ ਵਾਰ-ਵਾਰ ਉੱਧਰ ਜਾਈ ਜਾਂਦਾ, ਕਿਸੇ ਚੁੱਕ ਤਾਂ ਨਹੀਂ ਲਿਆ, ਕਿਤੇ ਗਵਾਚ ਤਾਂ ਨਹੀਂ ਜਾਏਗਾ। ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਆਲੇ ਦੁਆਲੇ ਕਿੰਨੇ ਸੁੰਦਰ ਜਿਹੜੇ ਦ੍ਰਿਸ਼ ਹਨ ਲੰਘ ਰਹੇ ਨੇ, ਬੰਦੇ ਦਾ ਧਿਆਨ ਵਾਰ-ਵਾਰ ਆਪਣੇ ਸਮਾਨ ਵੱਲ ਹੀ ਜਾਂਦਾ ਹੈ, ਕਿਉਂਕਿ ਪਦਾਰਥਾਂ ਦੀ ਖਿੱਚ ਹੈ। ਇਸੇ ਕਰਕੇ ਸਿਆਣਿਆਂ ਕਿਹਾ ਜਿੰਨਾ ਸਫ਼ਰ ਵਿੱਚ ਸਮਾਨ ਘੱਟ ਹੋਏਗਾ ਸਫ਼ਰ ਸੁਖਾਵਾ ਹੋਏਗਾ। ਗੁਰੂ ਸਾਹਿਬ ਨੇ ਕਿਹਾ ਆਪਾਂ ਭਾਈ ਮਰਦਾਨਿਆ ਸਫ਼ਰ ਤੇ ਤੁਰੇ ਹਾਂ, ਆਪਾਂ ਪਦਾਰਥ ਇਕੱਠੇ ਕਰਨ ਵਾਸਤੇ ਨਹੀਂ ਤੁਰੇ। ਚੰਗਾ ਹੋਇਆ ਤੂੰ ਵਸਤੂਆਂ ਬਹੁਤ ਲੈ ਆਇਆ, ਬਹੁਤ ਚੰਗੀਆਂ ਨੇ, ਪਰ ਸਾਡੇ ਕਿਸੇ ਕੰਮ ਦੀਆਂ ਨਹੀਂ ਹਨ। ਮਹਾਰਾਜ ਫਿਰ ਕੀ ਕਰਾਂ? ਹੁਣ ਤੱਕ ਭਾਈ ਮਰਦਾਨਾ ਜੀ ਬੜੇ ਹੱਸ-ਹੱਸ ਕੇ ਦਿਖਾ ਰਹੇ ਸਨ, ਵਸਤੂਆਂ ਬੜੀਆਂ ਪਿਆਰੀਆਂ ਸਨ, ਪਰ ਜਦੋਂ ਸਤਿਗੁਰਾਂ ਕਿਹਾ ਭਾਈ ਮਰਦਾਨਿਆ ਕਿਸੇ ਕੰਮ ਦੀਆਂ ਨਹੀਂ, ਇੱਕਦਮ ਧਿਆਨ ਆ ਗਿਆ ਸੱਚਮੁੱਚ ਵਸਤੂਆਂ ਤਾਂ ਗੁਰੂ ਨਾਨਕ ਦੇ ਘਰ ਵਿੱਚ ਵੀ ਘਾਟ ਨਹੀਂ ਸੀ ਇਹਨਾਂ ਵਸਤੂਆਂ ਦੀ। ਇੰਨੇ ਸੁੰਦਰ ਵਸਤਰ, ਇਹ ਧਨ ਦੌਲਤ, ਇਹ ਸਾਰਾ ਕੁਝ ਤਾਂ ਗੁਰੂ ਨਾਨਕ ਸਾਹਿਬ ਘਰ ਛੱਡ ਕੇ ਆਏ ਨੇ। ਘਰ ਕਿਹੜੀ ਵਸਤੂ ਸੀ ਜਿਹੜੀ ਘਰ ਵਿੱਚ ਹੈ ਨਹੀਂ ਸੀ? ਮੋਦੀ ਖਾਨਾ ਵਸਤੂਆਂ ਨਾਲ ਭਰਿਆ ਪਿਆ ਸੀ। ਇੱਕਦਮ ਧਿਆਨ ਵਿੱਚ ਆ ਗਿਆ, ਕਿਉਂਕਿ ਕਈ ਵਾਰੀ ਬੰਦੇ ਦਾ ਮਨ ਕਿਸੇ ਚੀਜ਼ ਦੇ ਪਿੱਛੇ ਭੁੱਲ ਜਾਂਦਾ ਹੈ। ਸਾਡਾ ਮਨ ਚੰਗਿਆਈ ਨੂੰ, ਸ਼ੁਭ ਵਿਚਾਰਾਂ ਨੂੰ ਬਹੁਤ ਛੇਤੀ ਭੁੱਲਦਾ ਹੈ। ਸਾਨੂੰ ਬੁਰੀਆਂ ਗੱਲਾਂ ਯਾਦ ਨਹੀਂ ਕਰਾਉਣੀਆਂ ਪੈਂਦੀਆਂ, ਆਪਣੇ ਆਪ ਯਾਦ ਰਹਿੰਦੀਆਂ। ਪਰ ਸਾਨੂੰ ਰੱਬ ਨਾਲ ਜੁੜਨ ਵਾਸਤੇ ਗੁਰੂ ਨੂੰ ਹਰੇਕ ਸ਼ਬਦ ਵਿੱਚ ਕਹਿਣਾ ਪਿਆ, ਨਾਮ ਨਾਲ ਜੁੜ। ਧੁਰ ਕੀ ਬਾਣੀ ਦੇ 1430 ਅੰਗ ਨੇ, ਹਰੇਕ ਸ਼ਬਦ ਵਿੱਚ ਗੁਰੂ ਕਹਿੰਦੇ ਨੇ ਨਾਮ ਜਪ, ਯਾਦ ਕਰ ਲੈ ਵਾਹਿਗੁਰੂ ਨੂੰ। ਸ਼ਬਦ ਬਦਲ ਬਦਲ ਕੇ, ਉਦਾਹਰਨਾਂ ਬਦਲ ਬਦਲ ਕੇ ਗੁਰੂ ਕਹਿੰਦਾ ਯਾਦ ਕਰ, ਯਾਦ ਕਰ, ਯਾਦ ਕਰ, ਭੁੱਲ ਨਾ ਜਾਈ। ਤੂੰ ਕਿਸ ਕੰਮ ਵਾਸਤੇ ਆਏ ਇਹਨੂੰ ਯਾਦ ਰੱਖ। ਕਿੰਨਾ ਸਮਝਾਉਣਾ ਪਿਆ, ਪਰ ਬੁਰੇ ਕੰਮ ਕਰਨ ਵਾਸਤੇ ਕਿਤੇ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਬੰਦੇ ਨੂੰ, ਕੋਈ ਸਕੂਲ ਨਹੀਂ ਹੈ, ਝੂਠ ਬੋਲਣ ਸਿਖਾਉਣ ਵਾਸਤੇ ਕੋਈ ਕੋਰਸ ਨਹੀਂ ਹੈ, ਬੇਈਮਾਨੀ ਕਰਨ ਵਾਸਤੇ ਕਿਤੇ ਕੋਈ ਕਾਲਜ ਨਹੀਂ ਖੁੱਲੇ ਹੋਏ। ਸਾਰਾ ਕੁਝ ਬੰਦਾ ਆਪਣੇ ਆਪ ਸਿੱਖਦਾ ਹੈ।
ਪਰ ਚੰਗਿਆਈ ਨੂੰ ਧਾਰਨ ਕਰਨ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ। ਬੰਦੇ ਦਾ ਮਨ ਭੁੱਲਦਾ ਹੈ, ਬਹੁਤ ਵਾਰੀ ਭੁੱਲਦਾ ਹੈ, ਇਹਨੂੰ ਯਾਦ ਕਰਾਉਣਾ ਪੈਂਦਾ ਹੈ। ਭਾਈ ਮਰਦਾਨਾ ਜੀ ਦਾ ਜਦੋਂ ਧਿਆਨ ਦਵਾਇਆ ਗੁਰੂ ਸਾਹਿਬ ਜੀ ਨੇ, ਭਾਈ ਮਰਦਾਨਿਆ ਆਪਾਂ ਇਹ ਕੁਝ ਤਾਂ ਨਹੀਂ ਇਕੱਠਾ ਕਰਨ ਵਾਸਤੇ ਤੁਰੇ। ਮਹਾਰਾਜ ਫਿਰ ਕੀ ਕਰਾਂ? ਸਤਿਗੁਰੂ ਕਹਿੰਦੇ ਵਸਤੂਆਂ ਵੰਡ ਦੇ, ਵੰਡਣ ਵਿੱਚ ਹੀ ਸੁੱਖ ਹੈ। ਲੁਟਾ ਦੇ ਸਾਰੀਆਂ ਵਸਤੂਆਂ ਜਿੰਨੀਆਂ ਇਕੱਠੀਆਂ ਕਰਕੇ ਲੈ ਕੇ ਆਇਆ, ਵੰਡ ਦੇ ਲੋਕਾਂ ਵਿੱਚ, ਇਹਨਾਂ ਨੂੰ ਲੁਟਾ ਦੇ। ਲੈ ਕੇ ਰੰਕ ਪਰਮ ਸੁਖ ਪਾਵੈ, ਤੇਰੋ ਸੀਸ ਅਸੀਸ ਅਲਾਵੈ। ਸਤਿਗੁਰੂ ਕਹਿੰਦੇ ਇਕੱਠਾ ਕਰਨ ਵਿੱਚ ਇੰਨਾ ਸੁੱਖ ਨਹੀਂ ਤੈਨੂੰ ਮਿਲਿਆ ਜਿੰਨਾ ਵੰਡਣ ਵਿੱਚ ਮਿਲੇਗਾ। ਹੁਣ ਜਿਹੜਾ ਤੂੰ ਪਦਾਰਥ ਇਕੱਠੇ ਕਰਕੇ ਖੁਸ਼ ਹੋ ਰਿਹਾ ਸੀ, ਬੜਾ ਖੁਸ਼ ਹੋ ਕੇ ਦਿਖਾ ਰਿਹਾ ਸੀ, ਉਸ ਤੋਂ ਵੀ ਕਿਤੇ ਜ਼ਿਆਦਾ ਤੈਨੂੰ ਸੁੱਖ ਮਿਲਣਾ ਹੈ ਜਦੋਂ ਇਹ ਵਸਤੂਆਂ ਕਿਸੇ ਗਰੀਬ ਨੂੰ ਤੇ ਜ਼ਰੂਰਤਮੰਦ ਨੂੰ ਦੇਵੇਗਾ ਤੇ ਉਹ ਤੈਨੂੰ ਅਸੀਸਾਂ ਦੇਵੇਗਾ। ਜਿੰਨਾ ਵੰਡੇਗਾ, ਜ਼ਰੂਰਤਮੰਦਾਂ ਨੂੰ ਦੇਵੇਗਾ, ਤੈਨੂੰ ਲੋਕ ਅਸੀਸਾਂ ਦੇਣਗੇ, ਇੰਨੀਆਂ ਅਸੀਸਾਂ ਦੇਣਗੇ ਤੈਨੂੰ ਇਕੱਠੀਆਂ ਕਰਨ ਦੇ ਨਾਲੋਂ ਵੰਡਣ ਵਿੱਚ ਜ਼ਿਆਦਾ ਸੁੱਖ ਮਹਿਸੂਸ ਹੋਏਗਾ। ਹਸਨੇ ਤੇ ਲੱਜਤ ਮਰਦਾਨਾ, ਰਿਦੇ ਗੁਣਤ ਮੈਂ ਭਇਓ ਅਯਾਨਾ। ਗੁਰੂ ਸਾਹਿਬ ਜੀ ਦੇ ਹੱਸਣ ਵਿੱਚ, ਬੋਲਣ ਵਿੱਚ, ਮੁਸਕਰਾਉਣ ਵਿੱਚ ਕੋਈ ਨਾ ਕੋਈ ਸੰਦੇਸ਼ ਛਪਿਆ ਹੁੰਦਾ ਹੈ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਜੀਵਨ ਨੂੰ ਵੇਖ ਕੇ ਜਦੋਂ ਵਸਤੂਆਂ ਦਿਖਾ ਰਹੇ ਸਨ, ਬਹੁਤ ਹੱਸੇ ਸਨ, ਉੱਚੀ ਉੱਚੀ ਹੱਸੇ ਸਨ। ਗੁਰੂ ਸਾਹਿਬ ਜੀ ਦਾ ਹੱਸਣਾ ਵੇਖ ਕੇ ਭਾਈ ਮਰਦਾਨਾ ਜੀ ਲੱਜਤ ਜੇ ਹੋ ਗਏ, ਕਿਉਂਕਿ ਜਦੋਂ ਧਿਆਨ ਆਇਆ ਉਸ ਗੱਲ ਵੱਲ ਧਿਆਨ ਗਿਆ ਜੋ ਸੱਚ ਸੀ। ਪਤਾ ਹੈ ਸੀ ਭਾਈ ਮਰਦਾਨਾ ਜੀ ਨੂੰ ਸਾਰਾ ਕੁਝ, ਨਹੀਂ ਸੀ ਕਿ ਯਾਦ ਨਹੀਂ ਸੀ, ਯਾਦ ਸੀ, ਪਰ ਕਈ ਵਾਰੀ ਬੰਦਾ ਕੁਝ ਸਮੇਂ ਵਾਸਤੇ ਭੁੱਲ ਜਾਂਦਾ ਹੈ, ਬੰਦੇ ਦਾ ਧਿਆਨ ਉਸ ਪਾਸੇ ਨਹੀਂ ਜਾਂਦਾ। ਹੁਣ ਜਦੋਂ ਧਿਆਨ ਵਾਪਸ ਆਇਆ, ਤੁਰੇ ਕਿਵੇਂ ਸਾਂ, ਕਿੱਥੋਂ ਤੁਰੇ ਸਾਂ, ਕਿਹੜੇ ਪਦਾਰਥਾਂ ਵਿੱਚੋਂ ਆ ਨਿਕਲ ਕੇ ਆਏ ਸਾਂ, ਜਦੋਂ ਉੱਥੇ ਧਿਆਨ ਗਿਆ ਹੁਣ ਥੋੜੇ ਲੱਜਤ ਜਿਹੇ ਹੋ ਗਏ ਕਿ ਮੈਂ ਤਾਂ ਅਣਜਾਣਪੁਣੇ ਵਿੱਚ ਹੀ ਵਸਤੂਆਂ ਇਕੱਠੀਆਂ ਕਰਕੇ ਲੈ ਆਇਆ ਗੁਰੂ ਸਾਹਿਬ ਦੇ ਕੋਲੇ। ਕਿੱਥੇ ਤੱਕ ਸਫ਼ਰ ਕਰਕੇ ਆ ਗਏ ਆ ਤੇ ਗੁਰੂ ਸਾਹਿਬ ਨੇ ਤਾਂ ਕਿਤੋਂ ਕੋਈ ਪਦਾਰਥ ਇਕੱਠਾ ਨਹੀਂ ਕੀਤਾ, ਕਿਤੋਂ ਕੋਈ ਵਸਤੂ ਨਹੀਂ ਖਰੀਦੀ। ਹੇਮ ਧਰਾਇਣ ਜੇ ਸਭ ਚੀਨੋ, ਤਨਕ ਲੋਭ ਤੈ ਕਰਨ ਨਾ ਦੀਨੋ। ਮਨ ਕਰਕੇ ਭਾਈ ਮਰਦਾਨਾ ਜੀ ਆਪਣੇ ਆਪ ਨੂੰ ਕਹਿੰਦੇ ਨੇ, ਮਨਾ ਕਿਹੜੇ ਲਾਲਚ ਵਿੱਚ ਪੈ ਗਿਆ ਸੀ, ਆ ਥੋੜੀਆਂ ਜਿਹੀਆਂ ਪਦਾਰਥਾਂ ਨੂੰ ਵੇਖ ਕੇ ਲਾਲਚ ਵਿੱਚ ਪੈ ਗਿਆ ਹੈ। ਗੁਰੂ ਨਾਨਕ ਨੇ ਤਾਂ ਤੈਨੂੰ ਸੋਨੇ ਦੀ ਧਰਤੀ ਵੀ ਦਿਖਾਈ ਹੈ, ਜਿੱਥੋਂ ਸੋਨਾ ਹੀ ਨਿਕਲਦਾ ਹੈ, ਸੋਨਾ ਹੀ ਸੋਨਾ ਸੀ ਜਿੱਥੇ, ਸੋਨੇ ਦੇ ਪਹਾੜ ਵੀ ਤੈਨੂੰ ਦਿਖਾ ਦਿੱਤੇ ਗੁਰੂ ਨਾਨਕ ਸਾਹਿਬ ਨੇ। ਉੱਥੇ ਤਾਂ ਗੁਰੂ ਸਾਹਿਬ ਨੇ ਤੈਨੂੰ ਥੋੜਾ ਜਿਹਾ ਵੀ ਲਾਲਚ ਨਹੀਂ ਕਰਨ ਦਿੱਤਾ, ਇੰਨਾ ਧਨ ਦੌਲਤ, ਬੇਸ਼ੁਮਾਰ ਧਨ ਦੌਲਤ ਤੈਨੂੰ ਗੁਰੂ ਨਾਨਕ ਨੇ ਦਿਖਾ ਦਿੱਤਾ ਹੈ, ਉਦੋਂ ਤਾਂ ਲਾਲਚ ਨਹੀਂ ਕੀਤਾ। ਆ ਥੋੜੀਆਂ ਜਿਹੀਆਂ ਪਦਾਰਥਾਂ ਪਿੱਛੇ ਕਿਉਂ ਭਟਕ ਰਿਹਾ ਸੀ, ਕਿਉਂ ਭਰਮ ਗਿਆ ਸੀ? ਆਪਣੇ ਮਨ ਨੂੰ ਸਮਝਾ ਰਹੇ ਨੇ। ਇਹ ਕਿਆ ਅਲਪ ਵਸਤ ਮੈਂ ਆਨੀ, ਮਾਨ ਲੋਭ ਮੈਂ ਮਤ ਬਿਰਮਾਨੀ। ਹੁਣ ਅੰਦਰ ਉਹ ਖਿਆਲ ਚੱਲ ਪਿਆ ਭਾਈ ਮਰਦਾਨਾ ਜੀ ਦੇ। ਗੁਰੂ ਨਾਨਕ ਦੇ ਸਾਹਮਣੇ ਸਿੱਧਾ ਜੋਗੀਆਂ ਦਾ ਭਰਿਆ ਹੋਇਆ ਹੀਰੇ ਮੋਤੀਆਂ ਦਾ ਤਲਾਬ ਕੁਝ ਵੀ ਨਹੀਂ, ਕਿਉਂਕਿ ਸਾਰਾ ਕੁਝ ਭਾਈ ਮਰਦਾਨਾ ਜੀ ਨੇ ਅੱਖੀ ਵੇਖਿਆ ਹੋਇਆ ਹੈ ਕਿ ਜਦੋਂ ਸਿੱਧਾਂ ਕੋਲ ਗਏ ਨੇ, ਗੁਰੂ ਸਾਹਿਬ ਨੂੰ ਸਿੱਧਾਂ ਨੇ ਕਿਹਾ ਲੈ ਪਾਣੀ ਭਰ ਕੇ ਲੈ ਕੇ ਆਓ ਤਲਾਬ ਤੋਂ, ਤੇ ਗੁਰੂ ਸਾਹਿਬ ਪਾਣੀ ਭਰਨ ਗਏ। ਉਹਨਾਂ ਆਪਣੀ ਕਰਾਮਾਤਾਂ ਦੇ ਨਾਲ ਤਲਾਬ ਹੀਰੇ ਮੋਤੀਆਂ ਨਾਲ ਭਰ ਦਿੱਤਾ, ਤੇ ਗੁਰੂ ਸਾਹਿਬ ਜੀ ਨੇ ਉਹਨਾਂ ਚੀਜ਼ਾਂ ਦਾ ਲਾਲਚ ਨਹੀਂ ਕੀਤਾ, ਵਾਪਸ ਆ ਗਏ, ਕਹਿਣ ਲੱਗੇ ਪਾਣੀ ਨਹੀਂ ਹੈ ਉਸ ਤਲਾਬ ਵਿੱਚ। ਸਿੱਧਾਂ ਕਿਹਾ ਹੋਰ ਨਹੀਂ ਕੁਝ ਵੇਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਾਣੀ ਲੈਣ ਗਿਆ ਸੀ, ਪਾਣੀ ਹੈ ਨਹੀਂ ਸੀ, ਮੈਨੂੰ ਹੋਰ ਚੀਜ਼ ਨਾਲ ਮਤਲਬ ਕੋਈ ਨਹੀਂ ਸੀ। ਹੁਣ ਸਾਰੀਆਂ ਗੱਲਾਂ ਯਾਦ ਆ ਰਹੀਆਂ ਨੇ ਭਾਈ ਮਰਦਾਨਾ ਜੀ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਤਲਾਬ ਭਰਿਆ ਹੋਇਆ ਹੀਰੇ ਮੋਤੀਆਂ ਦਾ ਛੱਡ ਕੇ ਆ ਗਏ, ਸੋਨੇ ਦੀ ਧਰਤੀ ਗੁਰੂ ਸਾਹਿਬ ਨੇ ਦਿਖਾ ਦਿੱਤੀ, ਉੱਥੇ ਕੋਈ ਲਾਲਚ ਨਹੀਂ ਕੀਤਾ। ਮੈਂ ਅੱਜ ਥੋੜੀਆਂ ਥੋੜੀਆਂ ਵਸਤੂਆਂ ਇਕੱਠੀਆਂ ਕਰਕੇ ਲੈ ਆਇਆ, ਮੈਂ ਕਿਹੜੇ ਪਾਸੇ ਨੂੰ ਭੁੱਲ ਗਿਆ ਸਾਂ, ਮੇਰੀ ਮੱਤ ਕਿੱਧਰ ਚਲੀ ਗਈ ਸੀ, ਮੈਂ ਛੋਟੀਆਂ ਛੋਟੀਆਂ ਵਸਤੂਆਂ ਦੇ ਲਾਲਚ ਵਿੱਚ ਪੈ ਗਿਆ। ਖਰੇ ਰੰਗ ਕੇ ਅਵਲੋਕੇ ਪਾਸੋ, ਸਰਵ ਵਸਤ ਲੁਟਵਾਈ ਆਸੂ। ਭਾਈ ਮਰਦਾਨਾ ਜੀ ਨੇ ਵਸਤੂਆਂ ਚੁੱਕੀਆਂ, ਬਹੁਤ ਸਾਰੇ ਲੋਕ ਆਲੇ ਦੁਆਲੇ ਖੜੇ ਸਨ ਉਸ ਵੇਲੇ। ਭਾਈ ਮਰਦਾਨਾ ਜੀ ਨੇ ਵਸਤੂਆਂ ਵੰਡਣੀਆਂ ਆਰੰਭ ਕਰ ਦਿੱਤੀਆਂ।
ਹੁਣ ਜਦੋਂ ਵਸਤੂਆਂ ਲੋਕ ਚੜਾ ਰਹੇ ਸਨ ਉਦੋਂ ਵੱਖਰੀ ਖੁਸ਼ੀ ਸੀ, ਕਿਉਂਕਿ ਕੁਝ ਪਲਾਂ ਵਾਸਤੇ ਗੁਰੂ ਨੇ ਸਾਨੂੰ ਸਮਝਾਉਣ ਵਾਸਤੇ ਉਹ ਖੇਡ ਵਰਤਾਈ ਸੀ। ਭਾਈ ਮਰਦਾਨਾ ਜੀ ਦੀ ਮੱਤ ਤੇ ਪੜਦਾ ਪਾਇਆ। ਉਹ ਵਸਤੂਆਂ ਜਦੋਂ ਆਈਆਂ ਲੋਕਾਂ ਨੇ ਨਮਸਕਾਰਾਂ ਕੀਤੀਆਂ, ਭਾਈ ਮਰਦਾਨਾ ਜੀ ਨੂੰ ਬੜੇ ਖੁਸ਼ ਹੋਏ ਸਨ। ਪਰ ਹੁਣ ਜਦੋਂ ਗੁਰੂ ਨੇ ਫਿਰ ਸਮਝ ਦੇ ਦਿੱਤੀ, ਹੁਣ ਲੁਟਾ ਰਹੇ ਹਨ, ਦੋਵੇਂ ਹੱਥੀ ਵੰਡ ਰਹੇ ਨੇ। ਸਤਿਗੁਰੂ ਜੀ ਨੂੰ ਯਾਦ ਕਰ ਰਹੇ ਨੇ ਹਿਰਦੇ ਵਿੱਚ, ਤੇ ਨਾਲੋਂ ਨਾਲ ਸੋਚ ਰਹੇ ਨੇ ਮੇਰੀ ਮੱਤ ਕਿਹੜੇ ਪਾਸੇ ਚਲੀ ਗਈ ਸੀ, ਕਿਸ ਲਾਲਚ ਵਿੱਚ ਪੈ ਗਈ ਸੀ। ਸਾਰੀਆਂ ਵਸਤੂਆਂ ਵੰਡ ਦਿੱਤੀਆਂ। ਬ੍ਰਿਕਤ ਪਦਾਰਥ ਤੇ ਮਨ ਕਰਕੇ ਰਹਿਓ ਟੇਕ ਸਤਿਗੁਰ ਕੀ ਧਰਕੈ। ਇੱਕ ਸ਼ੰਕਾ ਉੱਠਿਆ ਮਨ ਵਿੱਚ, ਗੁਰੂ ਨੇ ਖੇਡ ਸਾਰੀ ਵਰਤਾ ਕੇ ਸਮਝ ਦੇ ਦਿੱਤੀ। ਇੰਨਾ ਹੀ ਸਵਾਲ ਉੱਠਿਆ ਸੀ ਨਾ ਕਿ ਮੇਰੀ ਵੀ ਪੂਜਾ ਹੋਵੇ, ਮੇਰੇ ਅੱਗੇ ਵੀ ਲੋਕ ਭੇਟਾਵਾਂ ਚੜਾਉਣ। ਸਤਿਗੁਰਾਂ ਨੇ ਕੁਝ ਪਲਾਂ ਵਿੱਚ ਹੀ ਸਾਰੀ ਖੇਡ ਦਿਖਾ ਦਿੱਤੀ ਤੇ ਹੁਣ ਸਮਝ ਵੀ ਦੇ ਦਿੱਤੀ ਕਿ ਇਹਨਾਂ ਕਾਰਜਾਂ ਦਾ ਕੋਈ ਲਾਭ ਨਹੀਂ ਜ਼ਿੰਦਗੀ ਵਿੱਚ, ਜਿੰਨਾ ਚਿਰ ਵਾਹਿਗੁਰੂ ਦੇ ਨਾਮ ਦਾ ਆਸਰਾ ਨਾ ਹੋਵੇ। ਭਾਈ ਮਰਦਾਨਾ ਜੀ ਨੇ ਫਿਰ ਤੋਂ ਸਤਿਗੁਰੂ ਦੇ ਚਰਨਾਂ ਦੀ ਟੇਕ ਰੱਖ ਲਈ। ਬਹੁਰ ਵਿਕਾਰ ਨ ਚਿਤਵਨ ਕੀਨੋ, ਸਤ ਸੰਤੋਖ ਵਿਖੇ ਮਨ ਦੀਨੋ। ਫਿਰ ਮਨ ਵਿੱਚ ਕੋਈ ਵਿਕਾਰ, ਕੋਈ ਲੋਭ ਲਾਲਚ ਭਾਈ ਮਰਦਾਨਾ ਜੀ ਨੇ ਆਉਣ ਨਹੀਂ ਦਿੱਤਾ। ਸਤ ਤੇ ਸੰਤੋਖ ਧਾਰਨ ਕਰ ਲਿਆ ਹੈ। ਗੁਰੂ ਕੀ ਕਿਰਪਾ ਦੇ ਨਾਲ ਫਿਰ ਪ੍ਰੇਮ ਦੇ ਵਿੱਚ ਜੁੜ ਗਏ ਨੇ। ਚੱਲੇ ਪ੍ਰਭੂ ਪੁਨ ਇਸ ਵਿਦ ਕਰਕੇ, ਅਦਭੁਤ ਭੇਖ ਤਨ ਵਿਖੇ ਧਰਕੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੂੰ ਸਮਝਾ ਕੇ, ਵੈਸੇ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ, ਭਾਈ ਮਰਦਾਨਾ ਜੀ ਨੂੰ ਤਾਂ ਗੁਰੂ ਸਾਹਿਬ ਜੀ ਸਾਧਨ ਬਣਾਉਂਦੇ ਨੇ ਸਮਝਾਉਣ ਦਾ। ਮੱਤ ਤਾਂ ਸਾਨੂੰ ਦੇਣੀ ਹੈ, ਸਮਝਾਉਣਾ ਤਾਂ ਲੋਕਾਂ ਨੂੰ ਹੈ। ਹੁਣ ਭਾਈ ਮਰਦਾਨਾ ਜੀ ਵਰਗਾ ਤਾਂ ਪਿਆਰਾ ਹੀ ਕੋਈ ਨਹੀਂ, ਪਰ ਭਾਈ ਮਰਦਾਨਾ ਜੀ ਬਹੁਤ ਪਿਆਰੇ ਸਾਧਨ ਨੇ ਸਮਝਾਉਣ ਵਾਸਤੇ, ਉਦਾਹਰਨ ਬਣਾਉਣ ਵਾਸਤੇ। ਇਸ ਕਰਕੇ ਗੁਰੂ ਸਾਹਿਬ ਜੀ ਕੋਈ ਨਾ ਕੋਈ ਭਾਈ ਮਰਦਾਨਾ ਜੀ ਦਾ ਹੀ ਖੇਡ ਰਚਾ ਕੇ ਸਾਰੀ ਗੱਲ ਸਮਝਾ ਦਿੰਦੇ ਨੇ। ਔਰ ਸਤਿਗੁਰਾਂ ਨੇ ਜਦੋਂ ਇਹ ਸਾਰੀ ਗੱਲ ਸਮਝਾ ਦਿੱਤੀ, ਫਿਰ ਇੱਥੋਂ ਸਤਿਗੁਰੂ ਜੀ ਤੁਰਨ ਲੱਗੇ। ਜਦੋਂ ਤੁਰਨ ਲੱਗੇ, ਸਤਿਗੁਰਾਂ ਨੇ ਆਪਣਾ ਭੇਖ ਜਿਹੜਾ ਹੈ ਇਹਦੇ ਵਿੱਚ ਬਦਲਾਵ ਕੀਤਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਗਏ ਉੱਥੋਂ ਦੇ ਲੋਕਾਂ ਵਰਗਾ ਭੇਖ ਬਣਾ ਲੈਂਦੇ ਸਨ, ਤਾਂ ਜੋ ਲੋਕਾਂ ਨੂੰ ਇਹ ਨਾ ਲੱਗੇ ਕਿ ਕੋਈ ਵੱਖਰਾ ਮਨੁੱਖ ਆਇਆ। ਬਿਲਕੁਲ ਇੱਕ ਰਚ ਵਿੱਚ ਜਾਂਦੇ ਸਨ ਤੇ ਬਿਲਕੁਲ ਇੱਕੋ ਜਿਹੇ ਬਣ ਕੇ ਉਹਨਾਂ ਦੀ ਗੱਲ ਭਾਸ਼ਾ ਵਿੱਚ ਹੀ ਉਹਨਾਂ ਨਾਲ ਗੱਲ ਕਰਦੇ ਸਨ। ਉਹਨਾਂ ਨੂੰ ਸੌਖਿਆਂ ਸਮਝ ਆ ਜਾਂਦੀ ਸੀ। ਗੁਰੂ ਸਾਹਿਬ ਦੇ ਸਮਝਾਉਣ ਦਾ ਤਰੀਕਾ ਹੀ ਇੰਨਾ ਪਿਆਰਾ ਹੁੰਦਾ ਸੀ। ਕਿੱਥੇ ਵੀ ਗਏ ਉਹਨਾਂ ਦੀ ਭਾਸ਼ਾ ਵਿੱਚ, ਉਹਨਾਂ ਦੀ ਬੋਲੀ ਵਿੱਚ ਗੱਲ ਕਰਕੇ ਗੁਰੂ ਸਾਹਿਬ ਨੇ ਸਮਝਾ ਦਿੱਤੀ। ਬਿਲਕੁਲ ਅਨਪੜ੍ਹ ਮਨੁੱਖ ਨੂੰ ਵੀ ਗੁਰੂ ਸਾਹਿਬ ਦੀ ਗੱਲ ਸਮਝ ਆਉਂਦੀ ਹੈ। ਜਿਹਨੂੰ ਬਿਲਕੁਲ ਕੋਈ ਗਿਆਨ ਨਹੀਂ ਉਹ ਵੀ ਸਮਝ ਜਾਂਦਾ ਹੈ। ਜਿਹਦੇ ਕੋਲੇ ਅਤੀ ਗਿਆਨ ਹੈ, ਕਿਉਂਕਿ ਜਿੰਨੇ ਧਾਰਮਿਕ ਸਥਾਨਾਂ ਤੇ ਗੁਰੂ ਸਾਹਿਬ ਗਏ, ਜੇ ਮੱਕੇ ਗਏ ਉੱਥੇ ਇਸਲਾਮ ਦੇ ਚੋਟੀ ਦੇ ਸਕਾਲਰ ਸਨ, ਵਿਦਵਾਨ ਸਨ ਇਸਲਾਮ ਦੇ। ਗੁਰੂ ਸਾਹਿਬ ਦੀ ਗੱਲ ਉਹਨਾਂ ਨੂੰ ਵੀ ਸਮਝ ਆਈ। ਹਿੰਦੂ ਤੀਰਥਾਂ ਤੇ ਗਏ, ਉੱਥੇ ਬਿਲਕੁਲ ਅਨਪੜ੍ਹ, ਜਿਨ੍ਹਾਂ ਨੂੰ ਕੋਈ ਸਮਝ ਨਹੀਂ, ਉਹ ਲੋਕ ਵੀ ਸਨ ਤੇ ਬਹੁਤ ਜ਼ਿਆਦਾ ਗਿਆਨ ਦੇ ਭੰਡਾਰ ਵਿਦਵਾਨ ਪੰਡਿਤ ਵੀ ਸਨ। ਜਿਹੜੀ ਗੱਲ ਗੁਰੂ ਸਾਹਿਬ ਦੀ ਆਮ ਬਿਲਕੁਲ ਅਨਪੜ੍ਹ ਲੋਕਾਂ ਨੂੰ ਸਮਝ ਆਈ, ਉਹੀ ਗੱਲ ਬਹੁਤ ਵੱਡੇ ਵੱਡੇ ਵਿਦਵਾਨ ਪੁਰਸ਼ਾਂ ਨੂੰ ਵੀ ਬਹੁਤ ਵੱਡੀ ਜਾਪੀ। ਗੁਰੂ ਨੇ ਜਿੱਥੇ ਗਏ, ਜਿਸ ਤਰ੍ਹਾਂ ਦਾ ਵੀ ਮਨੁੱਖ ਵੇਖਿਆ, ਉਸ ਤਰ੍ਹਾਂ ਦੀ ਦਵਾਈ ਗੁਰੂ ਨੇ ਨਾਲ ਹੀ ਰੱਖੀ। ਜਿਵੇਂ ਡਾਕਟਰ ਕੋਲ ਸਾਰੀਆਂ ਦਵਾਈਆਂ ਹੁੰਦੀਆਂ ਨੇ, ਗੁਰੂ ਕੋਲ ਵੀ ਹਰੇਕ ਮਰਜ਼ ਦਾ ਇਲਾਜ ਸੀ। ਗੁਰੂ ਸਾਹਿਬ ਜੀ ਜੇ ਹੰਕਾਰੀ ਕੋਈ ਸੀ, ਉਹਦੀ ਮਰਜ਼ ਦਾ ਇਲਾਜ ਵੀ ਸੀ। ਕੋਈ ਲਾਲਚੀ ਸੀ, ਉਹਦੀ ਮਰਜ਼ ਦਾ ਇਲਾਜ ਵੀ ਗੁਰੂ ਸਾਹਿਬ ਦੇ ਕੋਲ ਸੀ। ਕੋਈ ਕਾਮੀ ਸੀ, ਕੋਈ ਵਿਕਾਰੀ ਸੀ, ਕੋਈ ਪਾਪੀ ਸੀ, ਜਿਸ ਤਰ੍ਹਾਂ ਦਾ ਵੀ ਕੋਈ ਮਰੀਜ਼ ਸੀ, ਗੁਰੂ ਸਾਹਿਬ ਜੀ ਨੇ ਉਸੇ ਤਰ੍ਹਾਂ ਦਾ ਇਲਾਜ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇੱਥੋਂ ਤੁਰੇ, ਭਾਈ ਮਰਦਾਨਾ ਜੀ ਨੂੰ ਸਮਝ ਦੇ ਕੇ, ਭਾਈ ਮਰਦਾਨਾ ਜੀ ਦੇ ਰਾਹੀਂ ਸਾਨੂੰ ਸਮਝ ਦੇ ਕੇ ਜਦੋਂ ਇੱਥੋਂ ਤੁਰੇ ਨੇ, ਸਤਿਗੁਰਾਂ ਨੇ ਆਪਣੇ ਭੇਖ ਵਿੱਚ ਬਦਲਾਵ ਕੀਤਾ। ਕਵੀ ਜੀ ਕਹਿੰਦੇ ਹੁਣ ਭੇਖ ਬਿਲਕੁਲ ਨਿਰਾਲਾ ਜਿਹਾ ਬਣਾ ਲਿਆ। ਕੇਸਰ ਤਿਲਕ ਭਾਲ ਮੈਂ ਲਾਲਾ, ਸਿਰ ਪਰ ਊਰਦ ਕੁਲੇ ਵਿਸਾਲਾ। ਗੁਰੂ ਸਾਹਿਬ ਜੀ ਨੇ ਅਦਭੁਤ ਜਿਹਾ ਭੇਖ ਧਾਰਨ ਕੀਤਾ। ਮੱਥੇ ਤੇ ਕੇਸਰ ਦਾ ਟਿੱਕਾ ਲਾ ਲਿਆ, ਸਿਰ ਉੱਤੇ ਜਿਹੜੇ ਫਕੀਰ ਲੋਕ ਕੁੱਲਾ ਪਾਵ ਕੇ ਜਿਹੜੀ ਉੱਚੀ ਸਾਰੀ ਟੋਪੀ ਜੀ ਹੈ ਉਹ ਧਾਰਨ ਕਰ ਲਈ।
भगवो अंबर ऊपर लीना, लीनो तेड़ लपेटन कीना। भगवा कपड़ा ऊपर ले लिया है, नीला चादरा तेड़ बन लिया। माल विशाल कंठ में पाई, एक रुमाल कर माही सुहाई। बड़ी सारी माला गल विच पा लई है ते एक रुमाल हाथ विच फड़ लिया है। दोहरा एक पग पन ही नोक बड, एक पग कौंस टिकाए। एक पैर विच बड़ी नोक वाली जुत्ती पा लई, दूसरी पैर विच खड़ाव पा लई। हिंदू तुर्क ना लख परै, ऐसो भेख बनाए। हुण इस तरह का भेख बनाया क्योंकि भगवा कपड़ा उपर लिया है ते नील चादरा तेड़ बन्निया होया है। हुण नीले वस्त्र जिहड़े ने मुसलमान पहनदे सन ते भगवा हिंदू पहनदे सन। गुरु साहब जी का भेख इस तरह का है, ना ये तो महसूस होंदा है कोई हिंदू आ रहा है, ना किसी को पता लगता है मुसलमान है। किस मत का साधु होएगा, क्योंकि वैसे भेख जिहड़ा है, भेख वेखण सार सानूं पता लग जाता है। असीं वेखदे हां, असीं भेख वेखण सार कह दिंदे हां ये जी नील धारीए हैं। भेख वेखण सार असीं कह दिंदे हां टकसाल का सिंह हो सकता है। भेख देख के कहने संत समाज का कोई सिंह हो सकता है। ये भगवा ये कोई उदासी संप्रदाय का कोई साधु हो सकता है। असीं भेख वेख के एकदम अनुमान ला लैंदे हां ये कौन हो सकता है, क्योंकि भेख विच ये ताकत है, पहचान दिंदा है। पर जिथे भेख दे विचों कुछ पता ही ना लग रहा होवे, हुण गुरु साहब जी ने भेख इस तरह का बनाया, ना महसूस हो रहा हिंदू हन ते ना मुसलमान हन। एक पासे वेखदे आ नीला कपड़ा बन्निया मुसलमान जपदे ने, पर उपर भगवा कपड़ा भी लिया वो हिंदू जपदे हन। मत्थे ते केसर का तिलक भी लाया होया है, पर सिर उत्ते फकीरां वाला कुल्ला भी पाया होया है। इस तरह का निराला जिहा भेख गुरु साहब जी ने बना लिया। चौपे सुंदर समस सितासत सो है, बोलत गुनियन कै मन मोह है। इस वेले गुरु साहब जी का दाड़ा ना तो बिल्कुल सफेद ही होया है, ना बिल्कुल ही काला है। कुछ गुरु साहब जी के रोम काले विच सफेद जिहड़े ने वो दिखण लग पे हैं, क्योंकि गुरु साहब जी ने जिहड़ियां उदासियां कीतियां ने वो समा लमेरा समा है, पर क्योंकि वो जवानी दे विच आरंभ कीतियां सन। उदासियां करदे करदे गुरु साहब जी दे वो दाड़े विच कुछ केस जिहड़े ने वो सफेद रंग दे भी आउण लग पे। गुरु साहब जी के बचन जिहड़े ने बड़े बड़े विद्वान पुरुषों के मन को मोह लैंदे हैं। इस तरह का भेख बना के गुरु साहब जी अगे चले ने। आओ अगला प्रसंग जिहड़ा है किवें गुरु साहब जी भला कर रहे हैं, वो प्रसंग आपां कल दे दीवान में श्रवण करांगे जी। इन्नियां बेनतियां प्रवान करनियां, गुरु साहब कृपा करन। सतगुरु के बचन गुरु साहब के इतिहास तो सेध लैके असीं गुरु की बाणी नाल जुड़ सकीए, तां जो साडा जीवन सफल हो सके। होईयां भुल्लां दी खिमा प्रेम नाल सारी संगत आखो जी वाहिगुरू जी का खालसा वाहिगुरू जी की फतेह। सतगुरु पास बेनतियां तुखा सच्चा पाप का हो आप गया संसारा। वाणी गुरु गुरु है दान विद्वानी अमृत सारी। गुरबानी कहे सेवक जन्मा है, और ताक गुरु निजता